कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। सज्जन सच्चा पातशाहो, सिर साहां दै साहो। जिस पास बैठिया सोहिए, सबना दा वेसाहो। श्री वाहिगुरु साहिब जी। नमो राज राजे, नमो साज साजे, नमो साह साहे, नमो माह माहे, नमो राज राजे, नमो साज साजे। परम सन्मानयोग गुरु रूप खालसा साध संगत जीओ, सतगुरु जी गरीब नवाज, दसां पातशाहियां दी जोत, तखत चवर छतर दे मालक साहिब श्री गुरु ग्रंथ साहिब महाराज, सतगुरां दी पवित्र हजूरी अंदर सुभाग प्राप्त हो रहा है। समा सफल करन दा जो श्रीमान नाम रसीए सेवा सिमरन दे पुंज बाबा जवाहर दास जी महाराज, जिन्हां दा ये पवित्र स्थान है। संगत दे विच बहुत ही महापुरुषां उत्ते शरधा है, विश्वास है। इत्थे जिहड़ी भी अरदास बेनती कीती जावे, वो सतगुरु किरपा करके पूरी करते ने। ऐसे पवित्र स्थान उत्ते गुरबाणी दी कथा, दसवें पातशाह दी पवित्र बाणी श्री जाप साहिब जी की कथा हर शनिवार शाम नूं 5 बजे तो लैके 6 बजे तक की जाती है। सतगुरु जी ने आप संगतां ने कृपा करके 66 पौड़ियां तक कथा करवाई है। हुण 67वीं पौड़ी अंदर सतगुरु जी वाहिगुरु जी दे नामां दी उस्तत करते हैं। गुरबाणी दे विच सानू बड़ी उत्तम सिक्ख्या प्राप्त होंदी है भी जिहड़ा भी काम करना प्रेम ना करो। चाहे वो कथा है, चाहे वो कीर्तन है, चाहे वो सेवा है, ते जे इनू दुनिया वाले पासे भी ला लईए, जिहड़ा काम असीं प्रेम नाल करदे सफलता ही सानू उह च मिलदी है। वो भावें रब वाला पासा है ते वो भावें दुनिया वाला पासा है।
ਰੱਬ ਵਾਲੇ ਪਾਸੇ ਅਸੀਂ ਪ੍ਰੇਮ ਦੇ ਨਾਲ ਜਦੋਂ ਤੁਰਦੇ ਹਾਂ, ਸਾਨੂੰ ਉਹ ਸੁੱਖ ਪ੍ਰਾਪਤ ਹੁੰਦਾ। ਸਤਿਗੁਰੂ ਕਿਰਪਾ ਕਰਕੇ ਦਿੰਦੇ ਆ, ਜਿਹੜਾ ਸੁੱਖ ਘਟਦਾ ਵੱਧਦਾ ਨਹੀਂ, ਜਿਹਦੇ ਉੱਤੇ ਟਾਈਮ ਦਾ ਅਸਰ ਨਹੀਂ ਪੈਂਦਾ, ਘਟਨਾ ਦਾ ਅਸਰ ਨਹੀਂ ਪੈਂਦਾ, ਸਿਚੁਏਸ਼ਨ ਦਾ ਅਸਰ ਨਹੀਂ ਪੈਂਦਾ। ਜੇ ਦੁਨੀਆ ਵਾਲੇ ਪਾਸੇ ਪ੍ਰੇਮ ਨਾਲ ਤੁਰੀਏ ਤਾਂ ਉੱਥੇ ਕੀ ਮਿਲਦਾ ਆਪਾਂ ਨੂੰ? ਪੈਸਾ, ਦੁਨਿਆਵੀ ਸੁੱਖ, ਘਰ-ਬਾਰ, ਦੁਨਿਆਵੀ ਸਹੂਲਤ। ਫਰਕ ਇੰਨਾ ਵਾ ਵੀ ਜਿਹੜਾ ਦੁਨਿਆਵੀ ਸੁੱਖ ਹੁੰਦਾ ਹੈ ਉਹ ਬਦਲ ਜਾਂਦਾ ਹੈ। ਮੰਨ ਲਓ ਦੀਵਾਲੀ ਦਾ ਦਿਨ ਹੋਵੇ, ਜਿਵੇਂ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਪੁੱਛਿਆ, ਜੀ ਵਿਰਾਗ ਕਿਹਨੂੰ ਕਹਿੰਦੇ? ਵਿਰਾਗ, ਰੱਬ ਨੂੰ ਮਿਲਣ ਦੀ ਇੱਛਾ। ਕਹਿੰਦੇ ਵਿਰਾਗ ਦਾ ਮਤਲਬ ਹੁੰਦਾ ਜਦੋਂ ਦੁਨੀਆ ਦੇ ਸਵਾਦ, ਸੰਸਾਰ ਦੀਆਂ ਵਸਤੂਆਂ, ਪਦਾਰਥ, ਦੁਨੀਆ ਦੀ ਖਿੱਚ ਨਾ ਪਵੇ। ਕਹਿੰਦੇ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਓ, ਤਾਂ ਮਹਾਤਮਾ ਬੁੱਧ ਕੀ ਦ੍ਰਿਸ਼ਟਾਂਤ ਦਿੱਤਾ? ਕਹਿੰਦੇ ਦੀਵਾਲੀ ਦੀ ਰਾਤ ਹੋਵੇ, ਸਾਰੀ ਦੁਨੀਆ ਦੀਵੇ ਜਗਾਉਂਦੀ ਹੈ, ਜਲੇਬ ਕੱਢੇ ਹੁੰਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਸਾਰਾ ਕੁਝ ਘਰ ਦੇ ਵਿੱਚ ਕੀਤਾ ਹੋਵੇ ਤੇ ਘਰ 'ਚ ਕਿਸੇ ਦੀ ਹੋ ਜੇ ਮੌਤ, ਫਿਰ ਉਹ ਦੀਵੇ ਚੰਗੇ ਲੱਗਣਗੇ? ਕਦੀ ਵੀ ਨਹੀਂ। ਉਹ ਮਿੱਠਾ ਚੰਗਾ ਲੱਗੇਗਾ? ਕਦੀ ਵੀ ਨਹੀਂ। ਇਹਨੂੰ ਕੀ ਕਹਿੰਦੇ? ਵਿਰਾਗ। ਤਾਂ ਵਿਰਾਗੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਫਿਰ ਸੰਸਾਰ ਦੀ ਵਸਤੂ ਚੰਗੀ ਨਹੀਂ ਲੱਗਦੀ। ਜਿਵੇਂ ਕੋਈ ਫਾਂਸੀ ਚੜ੍ਹਨ ਲੱਗੇ, ਉਹਨੂੰ ਕਵੇ ਲੱਡੂ ਖਾ ਲਾ, ਉਹਨੂੰ ਨਹੀਂ ਚੰਗੇ ਲੱਗਣੇ, ਉਹਨੂੰ ਮੌਤ ਦਿੰਦੀ ਪਈ ਹੈ। ਜਿਹੜਾ ਦੁਨਿਆਵੀ ਸੁੱਖ ਹੈ ਨਾ, ਮਿਲ ਇਹ ਵੀ ਜਾਂਦਾ ਪ੍ਰੇਮ ਦੇ ਨਾਲ। ਕਾਮਯਾਬੀ ਦੁਨੀਆ 'ਚ ਵੀ ਪ੍ਰੇਮ ਨਾਲ ਹੀ ਆ ਤੇ ਰੱਬ ਵਾਲੇ ਪਾਸੇ ਵੀ ਪ੍ਰੇਮ ਨਾਲ ਹੀ ਆ। ਪਰ ਦੁਨਿਆਵੀ ਸੁੱਖ ਬਦਲ ਜਾਂਦਾ। ਜਿਵੇਂ ਮਹਾਤਮਾ ਬੁੱਧ ਹੀ ਹੁਣੇ ਉਦਾਹਰਨ ਦਿੱਤੀ ਸੀ ਨਾ, ਘਰ 'ਚ ਮੌਤ ਹੋ ਗਈ ਤੇ ਦੀਵਾਲੀ ਦਾ ਜਿਹੜਾ ਸੁੱਖ ਸੀ, ਸਵਾਦ ਸੀ, ਆਨੰਦ ਸੀ, ਸਭ ਗਾਇਬ ਹੋ ਗਿਆ, ਖਤਮ ਹੋ ਗਿਆ। ਇੱਕ ਘਟਨਾ ਨੇ ਬਦਲਤਾ। ਪਰ ਵਾਹਿਗੁਰੂ ਦਾ ਸੁੱਖ ਕਿੱਦਾਂ ਦਾ ਹੈ? ਜਿਹੜਾ ਘਟਦਾ ਵੱਧਦਾ ਨਹੀਂ, ਬਦਲਦਾ ਨਹੀਂ, ਕਿਸੇ ਟਾਈਮ ਦਾ ਉੱਤੇ ਅਸਰ ਨਹੀਂ ਪੈਂਦਾ ਜੀ, ਘਟਨਾ ਦਾ ਉਹਦੇ ਤੇ ਅਸਰ ਨਹੀਂ ਪੈਂਦਾ। ਤਾਂ ਵਾਹਿਗੁਰੂ ਦੀ ਪ੍ਰਾਪਤੀ ਵੀ ਪ੍ਰੇਮ ਨਾਲ ਹੀ ਆ ਤੇ ਦੁਨੀਆ 'ਚ ਦੁਨਿਆਵੀ ਕਾਮਯਾਬੀ ਵੀ ਪ੍ਰੇਮ ਨਾਲ ਹੀ ਆ। ਪਰ ਫਰਕ ਇੰਨਾ ਵਾ, ਇੱਧਰ ਸਦੀਵ ਸੁੱਖ ਪ੍ਰਾਪਤ ਹੋਊਗਾ, ਉੱਧਰ ਜਿਹੜਾ ਸੁੱਖ ਮਿਲੂਗਾ ਉਹ ਥੋੜ੍ਹੇ ਚਿਰ ਦਾ ਹੋਊਗਾ, ਫਿਰ ਬਦਲ ਜਾਊਗਾ। ਤਾਂ ਗੁਰਬਾਣੀ ਨੇ ਨਾ ਸਾਨੂੰ ਇੱਕ ਯੁਕਤੀ ਦਿੱਤੀ ਆ, ਤਰੀਕਾ ਦੱਸਿਆ ਵਾ ਵੀ ਜਿਹੜਾ ਵੀ ਕੰਮ ਕਰਨਾ ਪ੍ਰੇਮ ਨਾਲ ਕਰੋ ਬਈ। ਉਹ ਕਿਹੜਾ ਤਰੀਕਾ ਹੈ? ਗਾਵੀਐ ਸੁਣੀਐ ਮਨ ਰੱਖੀਐ ਭਾਉ। ਜੇ ਗਾਉਣਾ ਵਾ ਤੇ ਤਾਂ ਵੀ ਪ੍ਰੇਮ ਨਾਲ, ਭਾਉ ਨਾਲ, ਭਾਵਨਾ ਨਾਲ। ਅੱਛਾ, ਜੇ ਸੁਣਨਾ ਵਾ ਤੇ ਤਾਂ ਵੀ ਪ੍ਰੇਮ ਨਾਲ ਸੁਣੋ। ਲਾਭ ਕੀ ਹੋਵੇਗਾ? ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਫਿਰ ਦੁੱਖ ਕੱਟਿਆ ਜਾਵੇਗਾ। ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਕਿੰਨਾ ਕੁ ਪ੍ਰੇਮ ਹੋਊਗਾ ਉਸ ਪਰਮੇਸ਼ਰ ਨਾਲ ਵੀ ਜਿਹਦੇ ਇੰਨੇ ਨਾਮ ਉਚਾਰਨ ਕੀਤੇ ਨੇ ਸ੍ਰੀ ਜਾਪ ਸਾਹਿਬ ਦੇ ਵਿੱਚ। ਤੇ ਨਾਮ ਜਿਹੜਾ ਹੈ ਇਹ ਐਸੀ ਸ਼ੈ ਹੈ ਜਿਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਨਾਮ ਦੀ ਜਿਹੜੀ ਉਸਤਤ ਮਹਾਰਾਜ ਨੇ ਬਾਣੀ ਦੇ ਵਿੱਚ ਕੀਤੀ ਹੈ ਨਾ, ਉੱਥੇ ਮਹਾਰਾਜ ਕਹਿੰਦੇ ਮੇਰੀ ਕਰੋੜਾਂ ਸਾਲ ਭਾਵੇਂ ਉਮਰ ਹੋ ਜੇ, ਕੋਟ ਕੋਟੀ ਮੇਰੀ ਆਰਜਾ, ਭਾਵੇਂ ਇੰਨੀ ਉਮਰ ਬੰਦੇ ਦੀ ਵੱਧ ਜੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਉ,
ਚੰਦ ਸੂਰਜ ਦੋਏ ਗੁਫੇ ਨਾ ਦੇਖਾ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾ ਨਾ। ਰੱਬ ਦਾ ਨਾਂ ਏਡਾ ਕੁ ਵੱਡਾ ਵਾ, ਰੱਬ ਦੇ ਨਾਂ 'ਚ ਕਿੰਨੀ ਕੁ ਬਰਕਤ ਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜੇ ਕਿਸੇ ਬੰਦੇ ਦੀ ਉਮਰ ਨਾ ਕਰੋੜਾਂ ਸਾਲ ਹੋ ਜੇ ਤੇ ਉਹ ਹਵਾ ਦੇ ਆਸਰੇ ਤੇ ਜਿਉਂਦਾ ਰਵੇ, ਜਿਵੇਂ ਜੋਗੀ ਖਾਣਾ ਪੀਣਾ ਛੱਡ ਕੇ ਹਵਾ ਦੇ ਆਸਰੇ ਹੋ ਜਾਂਦੇ, ਫਿਰ ਉਮਰ ਵੱਧ ਜਾਂਦੀ ਹੈ। ਇੰਨਾ ਤਪ ਕਰੇ ਵੀ ਇਹੋ ਜੀ ਗੁਫਾ 'ਚ ਜਾ ਕੇ ਵਸ ਜਾਵੇ ਵੀ ਚੰਦ ਤੇ ਸੂਰਜ ਕਦੀ ਵੇਖੇ ਹੀ ਨਾ, ਬਾਹਰ ਹੀ ਨਾ ਨਿਕਲੇ, ਤਪ ਹੀ ਕਰੀ ਜਾਵੇ, ਤਪ ਹੀ ਕਰੀ ਜਾਵੇ, ਤਪ ਹੀ ਕਰੀ ਜਾਵੇ। ਚੰਦ ਸੂਰਜ ਵੇਖਣ ਦੀ ਵੀ ਇੱਛਾ ਮਰ ਜੇ ਵੀ ਬਾਹਰ ਚੰਦ ਚੜਿਆ ਕਿ ਸੂਰਜ, ਦੇਣਾ ਕਿ ਰਾਤ, ਇਹੋ ਜਿਹੇ ਥਾਂ ਤੇ ਰਹਿੰਦਾ ਹੋਵੇ, ਮੱਥੇ ਕਿਸੇ ਦੇ ਲੱਗਦਾ ਨਾ ਹੋਵੇ। ਇੰਨਾ ਤਾਪ ਕਰਨ ਵਾਲਾ ਬੰਦਾ ਵੀ ਰੱਬ ਦੇ ਨਾਂ ਦੀ ਕੀਮਤ ਨਹੀਂ ਦੱਸ ਸਕਦਾ। ਇਹ ਰੱਬ ਦੇ ਨਾਂ 'ਚ ਕਿੱਡੀ ਕੁ ਤਾਕਤ ਹੈ। ਮਹਾਰਾਜ ਕਹਿੰਦੇ ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾਂ ਨਾਓ। ਫਿਰ ਦੂਸਰੀ ਉਦਾਹਰਨ ਦਿੰਦੇ ਸੱਚੇ ਪਾਤਸ਼ਾਹ, ਕੁੱਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਛੇਤੀ ਜਾਲੀਆ, ਭਸਮ ਛੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾਂ ਨਾ। ਆਪਣੇ ਸਰੀਰ ਨੂੰ ਬਰੀਕ ਬਰੀਕ ਕੱਟ ਲੈਣਾ, ਕੋਹ ਲੈਣਾ, ਫਿਰ ਉਹਨੂੰ ਚੱਕੀ 'ਚ ਪਾ ਕੇ ਪੀਣਾ, ਫਿਰ ਸਵਾਹ ਬਣਾ ਕੇ ਕੱਪੜ ਛਾੜ ਕਰ ਦੇਣੀ, ਅੱਗ ਨਾਲ ਸਾੜ ਕੇ। ਏਡਾ ਵੱਡਾ ਵੀ ਕੋਈ ਤਪ ਕਰ ਲੈਣਾ ਅਜੇ ਤੱਕ ਹੋਇਆ ਨਹੀਂ ਕਿਸੇ ਤੋਂ। ਕਹਿੰਦੇ ਰਾਵਣ ਨੇ ਆਪਣਾ ਸਿਰ ਵੱਢ ਕੇ ਦਿੱਤਾ ਸੀ, 10 ਵਾਰੀ ਵੱਢਿਆ ਸੀ, 10 ਵਾਰੀ ਫੇਰ ਰੱਬ ਨੇ ਮੋੜਿਆ। ਆਪਦਾ ਸਰੀਰ ਬਰੀਕ ਬਰੀਕ ਕੱਟ ਕੇ, ਸਾੜ ਕੇ, ਪੀ ਕੇ, ਸਵਾਹ ਕਰਕੇ, ਇੰਨਾ ਤਪ ਕਰ ਸਕਦਾ ਕੋਈ ਬੰਦਾ? ਇੱਥੇ ਤੇ ਇੰਨੀ ਬੜੀ ਸ਼ਾਬਾਸ਼ ਆ ਵੀ ਮੰਜੇ ਤੋਂ ਹੀ ਬਾਹਰ ਆ ਜੇ। ਜਿਹੜਾ ਬੰਦਾ ਸੁੱਤਾ ਹੁੰਦਾ ਇੰਨਾ ਆਲਸੀ ਹੁੰਦਾ ਵਾ ਵੀ ਤੂੰ ਮੰਜੇ ਤੋਂ ਉੱਠ ਕੇ ਵਿਖਾ ਦੇ, ਇੰਨੀ ਬੜੀ ਸ਼ਾਬਾਸ਼ ਹੈ ਟਾਈਮ ਦੇ ਨਾਲ। ਏਡਾ ਬੰਦਾ ਤਪ ਕਰੇ ਫਿਰ ਵੀ ਰੱਬ ਦੇ ਨਾਂ ਦਾ ਸੱਜਣਾ ਮੁੱਲ ਪੈਂਦਾ ਨਹੀਂ। ਅਖੀਰ ਮਹਾਰਾਜ ਸਾਰੀਆਂ ਉਦਾਹਰਨਾਂ ਦੇ ਕੇ ਕਹਿੰਦੇ ਆ ਵੀ ਸ਼ਾਇਦ ਕਿਸੇ ਨੂੰ ਭੁਲੇਖਾ ਹੋਵੇ ਵੀ ਲੱਖਾਂ ਕਾਗਜ਼ ਇਕੱਠੇ ਕਰ ਲਓ, ਲੱਖਾਂ ਕਾਗਜ਼ਾਂ ਉੱਤੇ ਰੱਬ ਦੀ ਉਸਤਤ ਲਿਖੋ, ਸ਼ਾਇਦ ਇੱਦਾਂ ਅੰਤ ਪੈ ਜੇ। ਅੱਜ ਤੱਕ ਲੱਖਾਂ ਹੀ ਕਿਤਾਬਾਂ ਲਿਖੀਆਂ ਗਈਆਂ ਨੇ, ਪੁਸਤਕਾਂ ਲਿਖੀਆਂ ਗਈਆਂ ਨੇ ਰੱਬ ਦੀ ਉਸਤਤ 'ਚ, ਫਿਰ ਰੱਬ ਮੁੱਕ ਗਿਆ ਕਿਤੇ? ਇਹ ਵੀ ਮਹਾਰਾਜ ਕਹਿੰਦੇ ਜੇ ਵਹਿਮ ਆ ਤੇ ਕੱਢ ਲੈ ਕੋਈ। ਪੰਛੀ ਦੀ ਉਦਾਹਰਣ ਦੇ ਕੇ ਫਿਰ ਮਹਾਰਾਜ ਕਹਿੰਦੇ ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਜੈ ਭਾਓ, ਮਸੂ ਟੂਟ ਨਾ ਆਵਈ, ਲੇਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾਂ ਨਾ। ਬੰਦਾ ਨਾ ਲਿਖਣ ਲਾਓ, ਬੰਦਾ ਥੱਕ ਜਾਂਦਾ। ਹਵਾ ਲਿਖਣ ਲਾ ਦਿਓ, ਸਾਰੀ ਦੁਨੀਆ ਨੂੰ ਕਾਗਜ਼ ਬਣਾ ਲਓ, ਲੱਖਾਂ ਮਣਾ ਕਾਗਜ਼ ਇਕੱਠਾ ਕਰ ਲਓ ਜਿੰਨੀ ਬਨਸਪਤੀ, ਤੇ ਹਵਾ ਨੂੰ ਕਹੋ, ਕਿਉਂ ਹਵਾ ਰੁਕਦੀ ਨਹੀਂ ਨਾ, ਚੱਲਦੀ ਰਹਿੰਦੀ ਹੈ। ਹਵਾ ਨੂੰ ਕਹੋ ਵੀ ਤੂੰ ਲਿਖ ਪਾ, ਉਹਨੇ ਚੱਲਦੇ ਰਹਿਣਾ, ਚੱਲਦੇ ਰਹਿਣਾ, ਲਿਖੀ ਜਾਣਾ, ਕਹਿੰਦੇ ਫੇਰ ਵੀ ਨਹੀਂ ਨਾ ਉਹਦਾ ਅੰਤ ਪਾਇਆ ਜਾਂਦਾ। ਤਾਂ ਨਾਵਾਂ ਦੇ ਵਿੱਚ ਏਡੀ ਵੱਡੀ ਉਸਤਤ ਹੈ, ਨਾਮ ਦੇ ਵਿੱਚ ਏਡੀ ਵੱਡੀ ਬਰਕਤ ਹੈ। ਤੇ ਜਿਹੜੀ ਜਾਪ ਸਾਹਿਬ ਦੀ ਬਾਣੀ ਆਪਾਂ ਵਿਚਾਰਦੇ ਹਾਂ, ਇਹਦੇ ਵਿੱਚ ਨਾਮ ਹੀ ਆ ਬਸ। ਅੱਡ ਅੱਡ ਨਾਂ ਨੇ ਪਰਮੇਸ਼ਰ ਦੀ ਉਸਤਤ ਦੇ। ਜਿਵੇਂ 10ਵੇਂ ਪਾਤਸ਼ਾਹ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਓ ਕਥਾ ਵਿਚਾਰ ਆਰੰਭ ਕਰੀਏ। ਗਰੀਬ ਨਵਾਜ ਫਰਮਾਉਂਦੇ ਹਨ, ਵਾਹਿਗੁਰੂ ਸਾਹਿਬ ਜੀਓ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ। ਨਮੋ ਦਾ ਅਰਥ ਹੁੰਦਾ ਨਮਸਕਾਰ। ਰਾਜ ਰਾਜੇ, ਜਿਹੜਾ ਰਾਜਿਆਂ ਦਾ ਵੀ ਰਾਜਾ। ਇਹ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਨਾ, ਇਹਨਾਂ ਤਪ ਕੀਤਾ ਹੁੰਦਾ ਹੈ ਤੇ ਉਸ ਤਪ ਦਾ ਇਹਨਾਂ ਨੂੰ ਫਲ ਮਿਲਦਾ ਹੈ। ਕਿੱਡਾ ਤਪ ਹੋਊਗਾ ਇਹਨਾਂ ਦਾ
ਪੰਜਾਬ ਦੀ ਗਿਣਤੀ ਜੇ 4-5 ਕਰੋੜ ਮੰਨੀਏ ਪੰਜਾਬੀਆਂ ਦੀ, ਵੱਧ ਘੱਟ ਵੀ ਹੋ ਸਕਦੀ ਅੰਦਾਜ਼ੇ ਨਾਲ, ਜਿਹੜਾ ਪੰਜਾਬ ਦਾ ਬਾਦਸ਼ਾਹ ਹੋਵੇਗਾ ਉਹਨੇ 4-5 ਕਰੋੜ ਬੰਦੇ ਨੂੰ ਚਲਾਉਣਾ। ਇੱਥੇ ਤੇ ਘਰ 'ਚ ਭਾਂਡੇ ਖੜਕ ਪੈਂਦੇ, ਉੱਥੇ 2 ਜਾਣੇ ਨਹੀਂ ਇਕੱਠੇ ਰਹਿ ਸਕਦੇ। ਘਰ 'ਚ 4 ਮੈਂਬਰ ਹੁੰਦੇ ਆ, ਬਸ ਤਾਂ ਠਾਂ ਹੋ ਜਾਂਦੇ ਉਸੇ ਵੇਲੇ। ਮੰਨ ਲਓ ਪੰਜਾਬ ਸੂਬਾ ਵਾ, ਉਹਨੂੰ ਚਲਾਉਣਾ ਜਿਹੜੇ ਬਾਦਸ਼ਾਹ ਨੇ, ਕਿੰਨਾ ਤਾਪ ਹੋਵੇਗਾ ਉਹਦਾ। ਉਹ ਵੱਖਰੀ ਗੱਲ ਹੈ ਵੀ ਤਪੋਂ ਰਾਜ ਤੇ ਰਾਜੋਂ ਨਰਕ, ਉਹ ਤਾਪ ਖਤਮ ਹੀ ਕਰਦਾ ਨਾ ਪਰਮੇਸ਼ਰ। ਮਾੜੇ ਕੰਮ ਜਦੋਂ ਬੰਦਾ ਕਰਨ ਲੱਗ ਪੈਂਦਾ ਫਿਰ ਉਹ ਤਾਪ ਖਤਮ ਹੁੰਦਾ ਉਹਦਾ। ਜੇ ਸਿੱਧਾ ਕਵਾਂ ਵੀ 4-5 ਕਰੋੜ ਬੰਦੇ ਨੂੰ ਬੇਵਕੂਫ ਬਣਾ ਕੇ ਰਾਜਾ ਬਣਨਾ, ਲਾਰੇ ਲਾ ਕੇ ਬਾਦਸ਼ਾਹ ਬਣਨਾ, 4-5 ਕਰੋੜ ਬੰਦੇ ਨੂੰ ਯਕੀਨ ਕਰਾ ਦੇਣਾ ਵਾ ਵੀ ਜੋ ਮੈਂ ਕਹਿ ਰਿਹਾ ਸੱਚ ਆ। ਤੇ ਲੋਕ ਕਰਦੇ ਵੀ ਆ, ਹਰ 5 ਸਾਲ ਬਾਅਦ ਹੁੰਦਾ ਕਿ ਨਹੀਂ ਹੁੰਦਾ? ਕਰਦੇ ਹੀ ਆ ਨਾ, ਲਾਰਿਆਂ ਤੇ ਯਕੀਨ ਕਰਨਾ ਹੀ ਪੈਂਦਾ। ਅੱਛਾ, ਇਹ ਤੇ ਹੋ ਗਿਆ ਪੰਜਾਬ, ਤੇ ਸਾਰੇ ਹਿੰਦੁਸਤਾਨ ਦੀ ਗਿਣਤੀ ਕਿੱਡੀ ਹੈ? ਤਾਂ ਜਿਹੜਾ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋਊਗਾ ਉਹਦਾ ਤਾਪ ਕਿੰਨਾ ਹੋਊਗਾ? ਜਿਹੜਾ ਸਾਰੇ ਹਿੰਦੁਸਤਾਨ ਦੇ ਇੰਨੀ ਜ਼ਿਆਦਾ ਗਿਣਤੀ ਹੋ ਚੁੱਕੀ ਆ ਵੀ 100 ਕਰੋੜ ਤੋਂ ਉੱਪਰ ਜਨਸੰਖਿਆ ਹਿੰਦੁਸਤਾਨ ਇਕੱਲੇ ਦੀ ਜਾ ਚੁੱਕੀ ਹੈ। ਇੰਨੀ ਦੁਨੀਆ ਨੂੰ ਬੇਵਕੂਫ ਬਣਾ ਕੇ ਬਾਦਸ਼ਾਹ ਬਣਨਾ, ਤੇ ਲੋਕਾਂ ਨੇ ਯਕੀਨ ਵੀ ਕਰਨਾ ਉੱਤੇ। ਆਮ ਬੰਦਾ ਝੂਠ ਮਾਰੇ ਤੇ ਲੋਕ ਕਹਿੰਦੇ ਜਾ ਜਾ ਤੁਰਿਆ ਜਾ, ਝੂਠ ਮਾਰਨ ਤੋਂ ਬਿਨਾਂ ਕੰਮ ਕੀ ਆ। ਬਾਦਸ਼ਾਹ ਮਾਰੇ ਤੇ ਕਹਿੰਦੇ ਨਹੀਂ ਸੱਚ ਆ। ਤਗੜੇ ਬੰਦੇ ਦਾ ਝੂਠ ਵੀ ਸੱਚ ਮੰਨਿਆ ਜਾਂਦਾ ਹੈ। ਇਹ ਵੈਸੇ ਮੈਂ ਬੰਦਗੀ ਦੀ ਗੱਲ ਕਰਦਾ ਪਿਆ ਵਾਂ ਵੀ ਕਿੰਨਾ ਕੁ ਤਾਪ ਹੋਊਗਾ। ਪਰ ਇਹ ਜਿਹੜੇ ਰਾਜੇ ਨੇ ਨਾ, ਇਹ ਫਿਰ ਜ਼ੁਲਮ ਕਰਕੇ, ਪਾਪ ਕਰਕੇ ਆਪਣਾ ਤਾਪ ਖਤਮ ਕਰ ਲੈਂਦੇ। ਲੋਕਾਂ ਨਾਲ ਅਨਿਆਂ ਕਰਦੇ ਨੇ, ਬੇਇਨਸਾਫੀਆਂ ਕਰਦੇ ਨੇ, ਤੇ ਜਿੱਡੀ ਬੰਦੇ ਦੀ ਪਦਵੀ ਹੁੰਦੀ ਨਾ, ਹਉਮੈ ਵੀ ਬੰਦੇ ਦੀ ਓਡੀ ਵੱਡੀ ਹੁੰਦੀ ਹੈ। ਜਿੱਡੀ ਬੰਦੇ ਦੀ ਪੋਸਟ ਹੁੰਦੀ, ਹੰਕਾਰ ਵੀ ਉਨਾ ਹੀ ਹੁੰਦਾ ਬੰਦੇ ਦਾ। ਪਰ ਪਰਮੇਸ਼ਰ ਵਾਹਿਗੁਰੂ ਕਿੱਦਾਂ ਦਾ ਰਾਜਾ ਵਾ? ਉਹ ਰਾਜੇ ਬਣਾਉਣ ਵਾਲਾ ਵਾ। ਜੇ ਉਹਦੀ ਮਿਹਰ ਦੀ ਨਿਗਾਹ ਹੋ ਜੇ ਤੇ ਕੱਖਾਂ ਤੋਂ ਲੱਖਾਂ ਵਾਲਾ ਕਰ ਦਿੰਦਾ। ਅੱਛਾ, ਜੇ ਉਹਦੀ ਨਜ਼ਰ ਪੁੱਠੀ ਪੈ ਜੇ, ਕਰੋਪੀ ਹੋ ਜੇ, ਤੇ ਲੱਖਾਂ ਵਾਲੇ ਕੱਖਾਂ 'ਚ ਰਲ ਜਾਂਦੇ, ਖਤਮ ਹੋ ਜਾਂਦੇ। ਅੱਜ ਜੇ ਚੇਤਾ ਕੀਤਾ ਜਾਵੇ ਤੇ ਔਰੰਗਜ਼ੇਬ ਕੀ ਸਮਝਦਾ ਸੀ? ਵੀ ਮੈਂ ਕੀ ਸਮਝਦਾ 9ਵੇਂ ਪਾਤਸ਼ਾਹ ਨੂੰ? ਬਾਦਸ਼ਾਹ ਸੀ ਨਾ, ਕਿੰਨੀ ਹੰਕਾਰ ਹਉਮੈ ਵੀ ਮੈਂ ਕੀ ਸਮਝਦਾ ਇੱਕ ਸਾਧੂ ਨੂੰ, ਇੱਕ ਪੀਰ ਨੂੰ, ਫਕੀਰ ਨੂੰ। ਪਰ ਅੱਜ ਔਰੰਗਜ਼ੇਬ ਕਿੱਥੇ ਹੈ ਤੇ 9ਵੇਂ ਪਾਤਸ਼ਾਹ ਦਾ ਨਾਮ ਜਪਿਆ ਜਾ ਰਿਹਾ। ਜਿਹੜਾ ਵਾਹਿਗੁਰੂ ਆ ਨਾ, ਇਹ ਰਾਜਿਆਂ ਦਾ ਵੀ ਰਾਜਾ ਵਾ। ਇਹ ਰਾਜੇ ਬਣਾਉਣ ਵਾਲਾ ਵੀ ਆ ਤੇ ਢਾਉਣ ਵਾਲਾ ਵੀ ਆ। ਇਸ ਕਰਕੇ ਇਹਨੂੰ ਰਾਜਿਆਂ ਦਾ ਵੀ ਰਾਜਾ ਕਿਹਾ ਜਾਂਦਾ ਹੈ, ਜਾਂ ਪ੍ਰਕਾਸ਼ ਸਰੂਪ ਦਾ ਵੀ ਪ੍ਰਕਾਸ਼ ਸਰੂਪ ਕਿਹਾ ਜਾਂਦਾ ਹੈ। ਇਹ ਸਦੀਵੀ ਰਹਿਣ ਵਾਲਾ ਵਾ ਜੀ। ਜਿਹੜੇ ਝੂਠੇ ਬਾਦਸ਼ਾਹ ਨੇ, ਥੋੜੇ ਚਿਰ ਦੇ ਨੇ। ਵਾਹਿਗੁਰੂ ਇਦਾਂ ਦਾ ਬਾਦਸ਼ਾਹ ਜਿਹੜੀ ਜਿਹਦੀ ਹਸਤੀ ਸਦੀਵੀ ਰਹਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਜਿਹੜਾ ਰਾਜਿਆਂ ਦਾ ਰਾਜਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਨਮਸਕਾਰ ਕਰਦੇ ਹਾਂ। ਨਮੋ ਸਾਜ ਸਾਜੇ। ਉਸ ਵਾਹਿਗੁਰੂ ਜੀ ਦੇ ਤਾਂ ਹੀ ਨਮਸਕਾਰ ਹੈ ਜਿਹੜਾ ਸਾਜ ਸਾਜੇ। ਨਮੋ ਸਾਜ ਸਾਜੇ, ਨਮਸਕਾਰ ਹੈ ਜਿਹੜਾ ਸਾਜ਼ਾਂ ਦੇ ਵਿੱਚ ਸਾਜ ਸਰੂਪ ਹੈ। ਜਾਂ ਫਿਰ ਦੂਜਾ ਅਰਥ ਮਹਾਂਪੁਰਸ਼ ਕਰਦੇ ਨੇ, ਸਾਜ ਦਾ ਅਰਥ ਹੁੰਦਾ ਬਣਾਓ, ਬਣਾਵਟ ਨਹੀਂ, ਜਿਹਨੂੰ ਆਪਾਂ ਕਹਿ ਦਿੰਦੇ ਰਚਨਾ, ਕੋਈ ਚੀਜ਼ ਬਣਾਉਣੀ।
ਇਹ ਰਚਨਾ ਕਿੰਨੇ ਬਣਾਈਆਂ, ਇਹ ਬਨਾਵਟ ਕਿੰਨੇ ਬਣਾਈਆਂ, ਇਹ ਸਾਜ਼ ਕਿੰਨੇ ਸਾਜਿਆ ਹੈ। ਤਾਂ ਇਹ ਦੁਨੀਆ ਰੂਪੀ ਰਚਨਾ, ਇਹ ਰੰਗ ਬਰੰਗਾ ਸੰਸਾਰ ਜਿਹਨੂੰ ਦੇਖ ਕੇ ਬੰਦਾ ਮੋਹਿਤ ਹੋਇਆ ਰਹਿੰਦਾ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ। ਇਹ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਇਹਨਾਂ ਸਾਜ਼ਾਂ ਨੂੰ ਸਾਜਣ ਵਾਲਾ ਹੈ, ਭਾਵ ਬਣਾਓ ਨੂੰ ਬਣਾਉਣ ਵਾਲਾ ਹੈ, ਰਚਨਾ ਨੂੰ ਰਚਣ ਵਾਲਾ ਹੈ। ਉਸ ਵਾਹਿਗੁਰੂ ਜੀ ਨੂੰ ਨਮੋ ਕੀ ਹੈ, ਨਮਸਕਾਰ ਹੈ। ਜਾਂ ਫਿਰ ਮਹਾਂਪੁਰਸ਼ ਅਰਥ ਕਰਦੇ ਨਮੋ ਸਾਜ ਸਾਜੇ। ਜਿਹੜੇ ਉਸ ਪਰਮਾਤਮਾ ਨੂੰ ਮੰਨਣ ਲੱਗ ਪੈਂਦੇ ਆ ਨਾ, ਰੱਬ ਉਹਨਾਂ ਦੇ ਸਾਰੇ ਹੀ ਸਾਜ ਸਾਜ ਦਿੰਦਾ ਹੈ, ਭਾਵ ਸਾਰੇ ਕੰਮ ਹੀ ਕਰ ਦਿੰਦਾ ਹੈ। ਐਸੇ ਰੱਬ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਨਮਸਕਾਰ, ਨਮੋ ਮੈਨੇ ਨਮਸਕਾਰ ਹੈ। ਉਦਾਹਰਣ ਦੇ ਤੌਰ ਤੇ ਭਾਈ ਗੁਰਦਾਸ ਜੀ ਮਹਾਰਾਜ ਨੇ ਉਦਾਹਰਣ ਦਿੱਤੀ ਆ ਸੁਦਾਮੇ ਬ੍ਰਾਹਮਣ ਦੀ, ਜਿਹੜਾ ਭਗਵਾਨ ਕ੍ਰਿਸ਼ਨ ਜੀ ਦਾ ਮਿੱਤਰ ਸੀ ਤੇ ਗੁਰੂ ਸੰਦੀਪਨ ਦੇ ਪਾਸ ਇਕੱਠੇ ਪੜ੍ਹਦੇ ਰਹੇ। ਗੁਰੂਕੁਲ 'ਚ ਸੇਵਾ ਲੱਗਦੀ ਹੈ ਤੇ ਪੜ੍ਹਾਈ ਦੇ ਨਾਲ ਨਾਲ ਜੀਵਨ ਬਣਦੇ ਨੇ, ਜ਼ਿੰਦਗੀ ਬਣਦੀ ਹੈ। ਅੱਜ ਕੱਲ੍ਹ ਜਿਹੜੀ ਪੜ੍ਹਾਈ ਆ ਨਾ, ਇਹ ਵਕਾਰ ਨਹੀਂ ਮਾਰਦੀ, ਇਹ ਵਕਾਰ ਪੈਦਾ ਕਰਦੀ, ਅੱਗ ਲਾਉਂਦੀ। ਸਗੋਂ ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਪਤਾ ਕਿੱਦਾਂ ਸਾਡੇ ਪਰਿਵਾਰ ਵਾਲੇ ਕਰਾਉਂਦੇ, ਤੂੰ ਡਾਕਟਰ ਬਣ ਜਾ, ਬੜੇ ਪੈਸੇ ਵੱਢਿਆ ਕਰੇਗਾ। ਇਹ ਜੰਮਦੇ ਦੇ ਉਹਨਾਂ ਨੇ ਪਾਈ ਦਿਮਾਗ 'ਚ, ਉਹ ਫਿਰ ਆਹ ਕੰਮ ਹੀ ਕਰਦਾ। ਫਿਰ ਹੁਣ ਜਿਹੜਾ ਬੰਦਾ 30-35 ਲੱਖ ਰੁਪਈਆ ਦੇ ਕੇ ਡਾਕਟਰ ਦੀ ਪੜ੍ਹਾਈ 'ਚ ਜਿਹਨੂੰ ਐਡਮਿਸ਼ਨ ਦਿੱਤੀ ਆ, ਉਹਨੇ ਫਿਰ ਬਾਹਰ ਆਉਂਦਿਆਂ ਹੀ ਫਿਰ ਵੱਢਦਾ ਫਿਰ ਰੀਜਨ, ਉਹ ਨਹੀਂ ਲਿਹਾਜ਼ ਕਰਦਾ ਕਿਸੇ ਦਾ। ਭਾਵੇਂ ਮਰੇ ਬੰਦੇ ਨੂੰ 4 ਦਿਨ ਆਕਸੀਜਨ ਲਾਉਣੀ ਪਵੇ, ਉਹ ਨਹੀਂ ਲਿਹਾਜ਼ ਕਰਦਾ ਕਿਸੇ। ਤਾਂ ਸਾਡੇ ਮਨਾਂ 'ਚ ਇੱਕ ਗੱਲ ਪਾਤੀ, ਤੂੰ ਆਹ ਪੜ੍ਹਾਈ ਕਰ ਲਾ, ਇੰਨੇ ਪੈਸੇ ਕਮਾਵੇਂਗਾ। ਜਿਹੜੀ ਪੁਰਾਣੀ ਪੜ੍ਹਾਈ ਸੀ ਨਾ, ਜਿਵੇਂ ਗੁਰੂਕੁਲਾਂ 'ਚ ਹੁੰਦੀ ਸੀ, ਵਿਦਿਆਲਿਆਂ 'ਚ ਹੁੰਦੀ ਜਾਂ ਟਕਸਾਲ 'ਚ ਹੁੰਦੀ ਹੈ, ਇਹ ਨਾਲ ਨਾਲ 2 ਘੰਟੇ ਸੇਵਾ ਕਰਨੀ, ਫਿਰ ਪਾਠ ਕਰਨਾ, ਉਹਦੇ ਨਾਲ ਹਿਰਦਾ ਸਾਫ਼ ਹੋ ਜਾਂਦਾ ਸੀ, ਜੀਵਨ ਬਣਦੇ ਸੀ, ਜੀਵਨ ਘੜੇ ਜਾਂਦੇ ਆ। ਘੜੀ ਹੈ ਸ਼ਬਦ ਸੱਚੀ ਟਕਸਾਲ। ਜਦੋਂ ਜੀਵਨ ਘੜੇ ਜਾਂਦੇ ਆ, ਫਿਰ ਉਹ ਜਿਹੜੇ ਗੁਰੂ ਕੇ ਸਿੱਖ ਹੁੰਦੇ ਨਾ, ਫਿਰ ਉਹ ਸੰਸਾਰ ਦਾ ਭਲਾ ਕਰਦੇ। 3 ਅੰਗਰੇਜ਼ਾਂ ਦੀਆਂ ਕੂਟਨੀਤੀਆਂ ਵਾ। ਇੱਕ ਕਲਾਸ, ਦੂਜਾ ਕੋਟ, ਤੀਜਾ ਕਲੱਬ। ਇਹ 3 ਕੂਟਨੀਤੀਆਂ ਸੀ ਅੰਗਰੇਜ਼ਾਂ ਦੀਆਂ। ਪਹਿਲਾਂ ਪੜ੍ਹਾਈ ਗੁਰਦੁਆਰਿਆਂ ਤੇ ਮੰਦਰਾਂ 'ਚ ਤੇ ਮਸਜਿਦਾਂ 'ਚ ਹੁੰਦੀ ਸੀ। ਪੜ੍ਹਾਈ ਕੱਲੀ ਖੁਸ਼ਕ ਨਹੀਂ ਸੀ ਹੁੰਦੀ, ਨਾਲ ਰੱਬ ਦੀ ਨਵੀਂ, ਰੱਬ ਦੀ ਸ਼ਰਧਾ ਵੀ ਹੁੰਦੀ ਸੀ। ਇਹਨਾਂ ਪੜ੍ਹਾਈ ਕੱਢਤੀ ਧਾਰਮਿਕ ਜਗ੍ਹਾ ਤੋਂ ਬਾਹਰ। ਬੜੀ ਕੂਟਨੀਤੀ ਆ ਨਾ ਅੰਗਰੇਜ਼ ਦੀ। ਉਹ ਤਾਂ ਚਲੋ ਸਾਡੇ ਜਿਹੜੇ ਮਹਾਂਪੁਰਸ਼ ਸੀ, ਸਿਆਣੇ ਸੀ, ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਨੇ ਫਿਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਨਾਂ 'ਤੇ ਸਕੂਲ ਖੋਲ੍ਹੇ, ਜਿਹੜਾ ਚੀਫ ਖਾਲਸਾ ਦੀਵਾਨ ਬਣਿਆ। ਵੀ ਪੜ੍ਹਾਈ ਦੇ ਨਾਲ ਨਾਲ ਗੁਰਮਤ ਵੀ, ਕੱਲੀ ਖੁਸ਼ਕ ਪੜ੍ਹਾਈ ਨਾ ਕਰੀ ਜਾਇਓ, ਗੁਰੂ ਨੂੰ ਵੀ ਚੇਤੇ ਰੱਖਿਓ। ਇਹ ਨਾ ਹੋਵੇ ਵੀ ਪੜ੍ਹ ਕੇ ਕਹਿ ਦਿਓ ਵੀ ਗੁਰੂ ਕੌਣ, ਗੁਰਦੁਆਰਾ ਕੌਣ। ਅੱਜ ਕੱਲ੍ਹ ਇਹੀ ਚੱਲਦਾ ਨਾ ਕੰਮ। ਦੂਜਾ ਕੀ, ਕਲੱਬ, ਆਪਣੇ ਕੋਟ, ਜਿੱਥੇ ਨਿਆਂ ਹੁੰਦਾ। ਪਹਿਲਾਂ ਨਿਆਂ ਕਿੱਥੇ ਹੁੰਦਾ ਸੀ? ਸਿੱਖਾਂ ਦਾ ਗ੍ਰੰਥੀ ਕਰੂਗਾ, ਮੁਸਲਮਾਨਾਂ ਦਾ ਕਾਜੀ ਕਰੂਗਾ। ਤੇ ਤੀਸਰਾ ਕੀ, ਕਲੱਬ। ਅੰਗਰੇਜ਼ ਨੇ 3 ਚੀਜ਼ਾਂ ਖੋਲੀਆਂ ਬੰਦੇ ਤੋਂ। ਇੱਕ ਇਹਨਾਂ ਦੀ ਪੜ੍ਹਾਈ ਖੋਲੀ, ਦੂਜਾ ਨਿਆਂ ਖੋਲਿਆ, ਤੀਜਾ ਕਲੱਬ 'ਚ ਕੀ ਆਪਾਂ ਵੇਸਟ ਕਰਦੇ ਜਾ ਕੇ, ਪੈਸਾ ਤੇ ਸਮਾਂ।
ਸਮਾਂ ਖੋਹ ਲਿਆ। ਰੱਬ ਵਾਲੇ ਬੰਨੇ ਤੁਰਨ ਹੀ ਨਹੀਂ ਦੇਣਾ ਤੁਹਾਨੂੰ। ਉਹ ਕਿਸੇ ਸੱਜਣ ਨੇ ਬੜਾ ਸੋਹਣਾ ਕਿਹਾ ਸੀ ਨਾ ਵੀ ਜਦੋਂ ਤੋਂ ਊੜਾ ਊਠ ਹੋ ਗਿਆ ਜਾਂ ਊੜਾ ਉੱਲੂ ਹੋ ਗਿਆ, ਉਦੋਂ ਤੋਂ ਇਹਨਾਂ ਦਾ ਪੱਠਾ ਬਹਿ ਗਿਆ। ਜਦੋਂ ਗੁਰਦੁਆਰੇ ਪੜ੍ਹਾਇਆ ਜਾਂਦਾ ਸੀ ਵੀ ਊੜਾ ਕੀ ਆ, ਤੇ ਕੀ ਕਿਹਾ ਜਾਂਦਾ ਸੀ? ਊੜਾ ਓੰਕਾਰ। ਕਿੰਨਾ ਫਰਕ ਆ। ਤੇ ਜਦੋਂ ਸਕੂਲ 'ਚ ਪੜ੍ਹਾਇਆ ਜਾਂਦਾ ਸੀ ਊੜਾ ਕੀ ਆ, ਉਹ ਕਹਿੰਦੇ ਊੜਾ ਊਠ ਆ। ਇੱਦਾਂ ਹੀ ਆ ਨਾ। ਜਾਂ ਊੜਾ ਕੀ ਆ? ਉੱਲੂ। ਤਾਂਹੀਓ ਜਾ ਕੇ ਫਿਰ ਸਕੂਲ ਤੋਂ ਜਾਂਦਿਆਂ ਹੀ ਫਿਰ ਮਾਂ ਪਿਓ ਦੇ ਪਾ ਲੈਂਦੇ ਗੱਲ ਨੂੰ ਹੱਥ, ਜਦੋਂ ਪੜ੍ਹ ਕੇ ਹੀ ਊੜਾ ਉੱਲੂ ਆਏ ਸੀ। ਤੇ ਜੇ ਪੜ੍ਹ ਕੇ ਆਏ ਹੁੰਦੇ ਊੜਾ ਓੰਕਾਰ ਓੰਕਾਰ। ਹੁਣ ਗੁਰਮੁਖੀ 'ਚ ਊੜੇ ਨੂੰ ਕੀ ਲਿਖਿਆ? ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜੰਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਬੇਦ ਨਿਰਭੈ। ਪੜ੍ਹਾਈ ਮਾੜੀ ਨਹੀਂ ਆ, ਪਰ ਪੜ੍ਹਾਈ ਕਿੱਦਾਂ ਦੀ ਨਾਲ ਗੁਰਮਤ ਦੀ ਵੀ। ਇਸੇ ਕਰਕੇ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਫਿਰ ਸਕੂਲ ਖੋਲ੍ਹੇ, ਜਿਨ੍ਹਾਂ 'ਚ ਦੁਨਿਆਵੀ ਪੜ੍ਹਾਈ ਵੀ ਤੇ ਨਾਲ ਗੁਰਮਤ ਵੀ। ਕੱਲੀ ਖੁਸ਼ਕ ਪੜ੍ਹਾਈ ਨਹੀਂ ਕਰਨੀ ਭਾਈ। ਤਾਂ ਇਸ ਪ੍ਰਕਾਰ ਗੁਰੂਕੁਲ 'ਚ ਸੇਵਾ ਕਰਦੇ ਸੀ। ਗੁਰੂ ਸੰਦੀਪਨ ਪਾਸ ਪੜ੍ਹਦੇ ਸੀ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਵਿਪਰ ਬ੍ਰਾਹਮਣ, ਦੋਵਾਂ ਦੀ ਯਾਰੀ ਸੀ। ਤੇ ਤੁਹਾਨੂੰ ਪਤਾ ਵੀ ਬਾਲ ਸਿਖਾਈ ਯਾਰ ਭੁੱਲਦੇ ਨਹੀਂ। ਜਿਹੜੇ ਨਿੱਕੇ ਹੁੰਦੇ ਯਾਰ ਹੁੰਦੇ ਨੇ, ਇਹ ਭੁੱਲਦੇ ਨਹੀਂ। ਕਿਉਂ? ਕੋਈ ਭਾਵਨਾ ਮਾੜੀ ਨਹੀਂ ਹੁੰਦੀ। ਮੌਜ ਮਸਤੀ ਕਰਦੇ ਆ। ਤੇ 2 ਘੰਟੇ 4 ਘੰਟੇ ਸੇਵਾ ਵੀ ਕਰਨੀ, ਤਾਂ ਸੇਵਾ ਕਰਨ ਵਾਸਤੇ ਲੱਕੜਾਂ ਚੁਗਣ ਜਾਣਾ। ਭਾਵੇਂ ਭਗਵਾਨ ਕ੍ਰਿਸ਼ਨ ਸੀ, ਪਰ ਸੇਵਾ ਤੇ ਕਰਨੀ ਪੈਣੀ ਆ। ਲੱਕੜਾਂ ਚੁਗਣ ਜਾਣਾ। ਤੇ ਨਾਲ ਸੁਦਾਮਾ ਵੀ। ਤੇ ਸੰਦੀਪਨ ਜੀ ਜਿਹੜੇ ਗੁਰੂ ਸੀ, ਉਹਨਾਂ ਦੀ ਘਰ ਵਾਲੀ ਨੇ ਨਾ ਚਨੇ ਛੋਲੇ ਬੰਨ੍ਹਤੇ ਵੀ ਚੱਬ ਲਿਓ ਜੇ ਭੁੱਖ ਲੱਗੀ। ਮਹਾਰਾਜ ਨੂੰ ਪਤਾ ਨਾ ਲੱਗਣ ਦਿੱਤਾ। ਸੁਦਾਮੇ ਨੇ ਆਪ ਬੰਨ੍ਹ ਲਏ ਪੱਲੇ। ਉੱਥੇ ਜਦੋਂ ਲੱਕੜਾਂ ਚੁਗਦੇ ਪਏ ਸੀ, ਹਨੇਰੀ ਮੀਂਹ ਆਇਆ, ਜਿੱਦਾਂ ਸਾਖੀ ਲਿਖੀ ਗਈ ਹੈ। ਕਿਸੇ ਦਰਖਤ ਥੱਲੇ ਬੈਠੇ ਬਚਣ ਦੇ ਮਾਰੇ, ਤੇ ਸੁਦਾਮਾ ਕੱਢ ਕੇ ਹੌਲੀ ਜੀ ਚੱਬਣ ਲੱਗ ਪਿਆ। ਤੇ ਮਹਾਰਾਜ ਕਹਿੰਦੇ, ਉਹ ਕੱਲ ਆਪਣੇ ਕੀ ਚੱਬਦਾ ਪਿਆ? ਭਗਵਾਨ ਕ੍ਰਿਸ਼ਨ ਜੀ। ਸੁਦਾਮਾ ਜੀ ਤੇ ਮੂੰਹੋਂ ਝੂਠ ਨਿਕਲ ਗਿਆ ਕਿ ਸਰਦੀ ਦੇ ਨਾਲ ਦੰਦ ਵੱਜਦੇ ਪਏ ਆ। ਭਗਵਾਨ ਕਹਿੰਦੇ, ਜਾ ਓਏ, ਛੋਲਿਆਂ ਬਦਲੇ ਐਡਾ ਝੂਠ ਮਾਰਤਾ ਹੀ। ਜਾ ਦਲਿਦਰੀ ਨਾ ਹੋਵੇ ਕਿਸੇ ਥਾਂ ਦਾ। ਉਹ ਇਹੋ ਜਿਹੇ ਤੀਰ ਨਿਕਲੇ ਦਲਿੱਦਰ। ਚਲੋ ਸਮੇਂ ਦੇ ਨਾਲ ਭਗਵਾਨ ਬਾਦਸ਼ਾਹ ਹੋ ਗਏ, ਰਾਜੇ ਹੋ ਗਏ। ਇਹ ਵੀ ਵਿਆਹਿਆ ਗਿਆ, ਨਿਆਣੇ ਹੋਏ ਸੁਦਾਮੇ ਦੇ, ਤੇ ਉਹ ਬਚਨ ਤੇ ਪੂਰੇ ਹੋਣੇ ਸੀ। ਇਹੋ ਜਿਹੀ ਦਲਿੱਦਰ ਆਇਆ, ਫਿਰ ਗਰੀਬੀ ਆਈ ਇਹੋ ਜਿਹੀ ਕਿ ਕਈ ਦਿਨ ਭੁੱਖੇ ਲੰਘਣੇ। ਮਾਂ ਪਿਓ ਚੜ੍ਹਾਈ ਕਰ ਗਏ। ਪਰ ਸੁਦਾਮਾ ਗੁਰੂ ਸੰਦੀਪਨ ਦਾ ਸਿੱਖ ਸੀ, ਵਿਦਿਆਰਥੀ ਸੀ, ਵਿਦਿਆ ਸਾਰੀ ਪੜ੍ਹਿਆ ਸੀ, ਸੰਤੋਖੀ ਬਹੁਤ ਜ਼ਿਆਦਾ ਸੀ। ਤੇ ਘਰ 'ਚ ਇੰਨੀ ਗਰੀਬੀ ਆ ਗਈ ਕਿ ਕੱਪੜੇ ਵੀ ਸਰੀਰ ਦੇ ਤਨ ਦੇ ਪਾੜ ਗਏ। ਤੇ ਨਿਆਣਿਆਂ ਦੇ ਇੰਨੇ ਬੁਰੇ ਹਾਲ। ਦੁੱਧ ਦੀ ਗੱਲ ਛੱਡੋ, ਜੇ ਦੁੱਧ ਮੰਗਣਾ ਤੇ ਚੌਲ ਪੀ ਕੇ ਬੁੱਲਾਂ ਨੂੰ ਲਾ ਦੇਣੇ ਪਾਣੀ ਪਾ ਕੇ, ਦੁੱਧ ਦਾ ਭੁਲੇਖਾ ਪਾਉਣ ਨੂੰ। ਪਰ ਏਡਾ ਸੰਤੋਖੀ ਸੁਦਾਮਾ। ਇੱਕ ਵਾਰੀ ਇਹਨਾਂ ਦੇ ਘਰ ਕੋਈ ਭਿਕਸ਼ੂ ਆਇਆ, ਮੰਗਣ ਵਾਲਾ ਆਇਆ। ਹੁਣ ਘਰ 'ਚ ਹੋਵੇ ਕੁਛ ਤੇ ਦੇਣ। ਇਹਦੀ ਘਰ ਵਾਲੀ ਕਹਿੰਦੀ, ਸਾਡੇ ਸੂਤਕ ਆ। ਉਹ ਭਿਕਸ਼ੂ ਕਹਿੰਦਾ, ਸੂਤਕ ਬਹੁਤੇ ਦਿਨ ਨਹੀਂ ਚੱਲਦਾ ਹੁੰਦਾ, ਉਹ ਤੇ ਨਿਕਲ ਜਾਂਦਾ ਹੁੰਦਾ ਹੈ। ਸੂਤਕ ਮੰਨਦੇ ਨੇ ਜਨਮ ਤੋਂ, ਪਾਤਕ ਮੰਨਦੇ ਨੇ ਮਰਨ ਤੋਂ। ਜਨਮ ਤੋਂ ਬਾਅਦ ਕੁਝ ਦਿਨ ਸੂਤਕ ਮੰਨਿਆ ਜਾਂਦਾ, ਅਪਵਿੱਤਰਤਾ ਮੰਨੀ ਜਾਂਦੀ ਹੈ। ਫਿਰ ਉਸ ਘਰ ਦਾ ਅੰਨ ਨਹੀਂ ਖਾਂਦਾ ਕੋਈ। ਇਹਨਾਂ ਦੇ ਸੂਤਕ ਅਪਵਿੱਤਰਤਾ 10 ਦਿਨ 15 ਦਿਨ ਅੱਡ ਅੱਡ ਵਿਧਾਨ ਨੇ ਸ਼ਾਸਤਰ ਦੇ।
ਉਹ ਕਹਿੰਦਾ ਜੇ ਸੂਤਕ ਆ ਤੇ ਕੁਝ ਦਿਨ ਹੀ ਚੱਲਣਾ, ਉਹ ਤੇ ਨਿਕਲ ਜਾਊਗਾ। ਇਹਦੀ ਘਰ ਵਾਲੀ ਬੜੀ ਸਿਆਣੀ ਸੀ, ਕਹਿੰਦੀ ਨਹੀਂ, ਸਾਡੇ ਘਰ ਦਲਿੱਦਰ ਨੇ ਜਨਮ ਲਿਆ ਵਾ। ਸੂਤਕ ਕਿੱਥੋਂ ਦਾ? ਜਨਮ ਤੋਂ। ਦਲਿੱਦਰ ਨੇ ਜਨਮ ਲਿਆ, ਉਹ ਨਹੀਂ ਨਿਕਲਦਾ, ਕੰਗਾਲਤਾ ਨਹੀਂ ਨਿਕਲਦੀ, ਗਰੀਬੀ ਨਹੀਂ ਨਿਕਲਦੀ। ਤੇ ਉਹ ਭਿਕਸ਼ੂ ਕਹਿਣ ਲੱਗਾ ਫਿਰ ਦਲਿੱਦਰ ਨਿਕਲਦਾ ਵਾ ਮਿੱਤਰਾਂ ਦੀ ਸੰਗਤ ਨਾਲ, ਸੱਜਣਾ ਦੀ ਸੰਗਤ ਨਾਲ। ਤੇ ਤੇਰੇ ਘਰ ਵਾਲੇ ਦਾ ਮਿੱਤਰ ਆ ਭਗਵਾਨ ਕ੍ਰਿਸ਼ਨ, ਜਿਹੜਾ ਬਾਦਸ਼ਾਹ ਵਾ, ਭਗਵਾਨ ਵੀ ਆ ਤੇ ਰਾਜਾ ਵੀ ਆ। ਉਹਦੇ ਪਾਸ ਜਾਓ, ਆਪੇ ਕੱਢੂਗਾ ਦਲਿੱਦਰ ਤੁਹਾਡੇ। ਸੁਦਾਮਾ ਜੀ ਨੂੰ ਦੱਸਿਆ ਗਿਆ। ਸੁਦਾਮਾ ਜੀ ਕਹਿੰਦੇ ਭਾਗਵਾਨੇ ਸੰਤੋਖ ਵਰਗਾ ਸੁੱਖ ਨਹੀਂ। ਤੇ ਮੰਗਣ ਗਿਆ ਸੋ ਮਰ ਗਿਆ। ਤੇ ਮੈਂ ਤਾਂ ਨਹੀਂ ਮੰਗਣਾ, ਕਿਹੜੇ ਮੂੰਹ ਨਾਲ ਮੰਗਾ। ਨਾਲੇ ਜੇ ਪੈਸਾ ਮੰਗ ਵੀ ਲਿਆ ਤੇ ਜਿਹੜਾ ਹੁਣ ਮੈਂ ਸੁੱਖ ਦੇ ਨਾਲ ਸੌਂਦਾ, ਮੈਨੂੰ ਤਾਂ ਟੈਨਸ਼ਨ ਹੀ ਪਈ ਰਹਿਣੀ ਆ, ਕੋਈ ਚੋਰੀ ਨਾ ਕਰ ਲੇ, ਕੋਈ ਐ ਨਾ ਕਰ ਲੇ। ਏਡਾ ਸਾਧੂ ਲੋਕ ਸੀ ਸੁਦਾਮਾ। ਇਹਦੀ ਘਰ ਵਾਲੀ ਕਹਿੰਦੀ ਵੀ ਤੂੰ ਆਪ ਦੀ ਗੱਲ ਨਾ ਕਰ, ਬੱਚਿਆਂ ਵੱਲ ਵੇਖ, ਮੇਰੇ ਵੱਲ ਵੇਖ। ਚਲੋ ਬਹੁਤੀ ਜਿੱਦ ਕਰਨ ਤੇ ਇਹ ਫਿਰ ਕਹਿੰਦਾ, ਇਹਦੀ ਘਰ ਵਾਲੀ ਕਹਿੰਦੀ ਚੱਲ ਇਦਾਂ ਕਰ ਵੀ ਜੇ ਤੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਮੰਗਣ ਦੀ, ਵੀ ਜੋ ਭਿੱਖਿਆ 'ਚ ਮਿਲ ਗਿਆ ਠੀਕ ਆ, ਜੋ ਮੇਰੇ ਕਰਮ 'ਚ ਠੀਕ ਆ, ਤੇ ਤੂੰ ਉਹਨਾਂ ਦੇ ਦਰਸ਼ਨ ਹੀ ਕਰ ਆ। ਇਸੇ ਕਰਕੇ ਗੁਰਬਾਣੀ ਕਹਿੰਦੀ ਆ ਗੁਰੂ ਦੇ ਦਰਸ਼ਨ 'ਚ ਹੀ ਬੜੀ ਤਾਕਤ। ਜੇ ਹੋਰ ਕੁਝ ਨਹੀਂ ਹੁੰਦਾ ਤੇ ਮਹਾਰਾਜ ਨੂੰ ਨਮਸਕਾਰ ਹੀ ਕਰੋ। ਤੇ ਜੇ ਨਮਸਕਾਰ ਦਾ ਬਲ ਪ੍ਰਾਪਤ ਹੋ ਗਿਆ, ਨਮਸਕਾਰ ਕਰਨ ਲੱਗ ਪਏ, ਫਿਰ ਗੁਰਬਾਣੀ ਦੀ ਵਿਚਾਰ ਵੀ ਕਰਨੀ ਸ਼ੁਰੂ ਕਰੋ। ਉਹ ਜਿਹੜਾ ਸੁਦਾਮਾ ਸੀ ਉਹ ਇਸ ਗੱਲ ਤੇ ਰਾਜੀ ਹੋ ਗਿਆ ਵੀ ਇਹ ਮੈਂ ਮੂੰਹੋਂ ਨਹੀਂ ਮੰਗਣਾ, ਮੈਨੂੰ ਸ਼ਰਮ ਆਉਂਦੀ ਆ, ਇੰਨੀ ਵਿਦਿਆ ਪੜ੍ਹ ਕੇ ਫਿਰ ਉਹ ਗੱਲਾਂ ਕਰਾਂ। ਪਰ ਦੂਸਰੇ ਬੰਨੇ ਨਿਆਣੇ, ਘਰ ਵਾਲੀ ਬੁਰਾ ਫਸਿਆ ਫਿਰ ਵਿੱਚ। ਚਲੋ ਆਪਦੀ ਘਰ ਵਾਲੀ ਨੂੰ ਕਹਿਣ ਲੱਗੇ ਵੀ ਭਾਗਵਾਨੇ ਵੀ ਗੱਲ ਏਦਾਂ ਵਾ ਵੀ ਧਾਰਮਿਕ ਗ੍ਰੰਥ ਕਹਿੰਦੇ ਆ ਵੈਦ ਗੁਰੂ ਨ੍ਰਿਪ ਜੋਤਸ਼ੀ ਅਵਰ ਸੰਤ ਟਿਕ ਜਾਏ, ਰਿਗਤ ਪਾਣ ਨਾ ਜਾਈਏ, ਫਲ ਦੀਏ ਫਲ ਪਾਏ। ਵੈਦ ਕੋਲੇ, ਗੁਰੂ ਕੋਲੇ, ਬਾਦਸ਼ਾਹ ਕੋਲੇ, ਜੋਤਸ਼ੀ ਕੋਲੇ, ਸੰਤਾਂ ਕੋਲੇ ਖਾਲੀ ਹੱਥ ਨਹੀਂ ਜਾਣਾ, ਭਾਵੇਂ ਇੱਕ ਫੋਲੀ ਤੋੜ ਕੇ ਰੱਖ ਦੇ। ਫਲ ਦੀਏ ਫਲ ਪਾਏ, ਜੋ ਬੀਜੋਗੇ ਉਹ ਮਿਲੂਗਾ, ਜੇ ਫਲ ਰੱਖੋਗੇ ਤੇ ਫਲ ਮਿਲੂਗਾ। ਇਸ ਕਰਕੇ ਕੁਝ ਨਾ ਕੁਝ ਮੱਥਾ ਟੇਕੋ। ਹੁਣ ਗਰੀਬੀ ਬੜੀ ਸੀ, ਚੌਲਾਂ ਦੀ ਗੰਢ ਬੰਨ ਲਈ, ਚੌਲ ਬੰਨ ਲਏ, ਥੋੜੇ ਜਿਹੇ ਘਰ 'ਚ ਸੀ, ਗਰੀਬੀ ਇੰਨੀ ਸੀ। ਚਲੋ ਸੋਚਦੇ ਤੁਰੇ ਜਾਂਦੇ ਆ, ਕਹਿੰਦੇ ਭਗਵਾਨ ਬੜਾ ਬੇਅੰਤ ਹੈ, ਉਹਨਾਂ ਨੇ ਰਾਹ ਹੀ ਇਹਨਾਂ ਦਾ ਨਿੱਕਾ ਕਰਤਾ, ਰਾਹ ਹੀ ਛੋਟਾ ਕਰਤਾ, ਬੜੀ ਛੇਤੀ ਪਹੁੰਚ ਗਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵ ਥਕਾਵਟ ਹੀ ਨਾ ਹੋਈ। ਤੇ ਜਦੋਂ ਸਿੰਘ ਦਵਾਰ ਦਰਸ਼ਨੀ ਡਿਊੜੀ ਹੁੰਦੀ ਨਾ, ਮੇਨ ਦਰਵਾਜ਼ਾ ਬਾਦਸ਼ਾਹਾਂ ਦਾ, ਉੱਥੇ ਜਾ ਕੇ ਜਿਹੜਾ ਦਰਬਾਨ ਖਲੋਤਾ ਸੀ ਉਹਨੂੰ ਆਖਿਆ ਕਿ ਮਿੱਤਰ ਕ੍ਰਿਸ਼ਨ ਨੂੰ ਮੈਂ ਮਿਲਣਾ ਆ। ਉਹ ਸੁਣ ਕੇ ਹੈਰਾਨ ਹੋ ਗਿਆ ਵੀ ਇਹਦੇ ਕੱਪੜੇ ਪਾਟੇ ਨੇ, ਪੈਰਾਂ 'ਚ ਇਹਦੇ ਜੁੱਤੀ ਨਹੀਂ, ਵਿਆਈਆਂ ਪੈਰਾਂ ਦੀਆਂ ਪਾਟੀਆਂ ਪਈਆਂ ਨੇ, ਤੇ ਭਗਵਾਨ ਨੂੰ ਕਹਿੰਦਾ ਮਿੱਤਰ ਕ੍ਰਿਸ਼ਨ, ਵੀ ਮੇਰਾ ਮਿੱਤਰ ਆ, ਜਾ ਕੇ ਸੁਣਾ ਦੇ। ਪਹਿਲਾਂ ਤੇ ਕਹਿੰਦੇ ਉਹਨੂੰ ਯਕੀਨ ਹੀ ਨਹੀਂ ਆਇਆ ਸੁਦਾਮੇ ਦੇ ਹਾਲਾਤ ਵੇਖ ਕੇ। ਫਿਰ ਉਹਦੇ ਮਨ 'ਚ ਤਰਸ ਆਇਆ ਕਿ ਭਗਵਾਨ ਦੀਨ ਬੰਧੂ ਆ, ਤਾਂ ਮਿੱਤਰ ਕਹਿੰਦਾ ਹੋਊਗਾ ਵੀ ਗਰੀਬਾਂ ਦਾ ਯਾਰ। ਜਦੋਂ ਭਗਵਾਨ ਜੀ ਨੂੰ ਸੁਣਾ ਦਿੱਤਾ ਤੇ ਕਹਿੰਦੇ ਫਿਰ ਉਹ ਬਿਨਾਂ ਜੁੱਤੀ ਪਾਏ ਭੱਜੇ ਫਿਰ ਸਿੰਘਾਸਣ ਤੋਂ, ਤੇ ਐ ਲੰਮੇ ਪੈ ਕੇ ਡੰਡੌਤ ਕੀਤੀ। ਪੂਰਾ ਲੰਮੇ ਪੈ ਜਾਈਦਾ ਨਾ, ਡਾਂਗ ਵਾਂਗ ਸਿੱਧੇ।
ਆਪਣੇ ਹੱਥੀਂ ਚਰਨ ਧੋਤੇ ਸਦਾਮੇ ਦੇ, ਉਹ ਚਰਣਾ ਅੰਮ੍ਰਿਤ ਪੀਤਾ ਤੇ ਫਿਰ ਇਸ਼ਨਾਨ ਕਰਾ ਕੇ ਸਿੰਘਾਸਣ ਤੇ ਆਪਦੇ ਬਰਾਬਰ ਬਿਠਾਇਆ। ਸਾਖੀ ਤੇ ਬਹੁਤ ਲੰਬੀ ਆ, ਸੰਖੇਪ ਚ ਬੇਨਤੀ ਕਰਾਂ। ਹੁਣ ਸਦਾਮਾ ਸ਼ਰਮ ਦਾ ਮਾਰਾ ਨਾ ਜਿਹੜੇ ਚੌਲ ਬੰਨ ਕੇ ਲਿਆਇਆ ਸੀ ਐਵੇਂ ਮੁੱਠਕ, ਗਰੀਬੀ ਦਾਵਾ ਗੰਢ ਬੰਨੀ ਸੀ, ਉਹ ਊਂ ਹੀ ਲਕੋਲੇ। ਜਦੋਂ ਵੇਖਿਆ ਨਾ ਭਗਵਾਨ ਦੇ ਮਹਿਲ ਉੱਥੇ ਦੇ ਖਜ਼ਾਨੇ ਭਰੇ ਪਏ ਆ ਤੇ ਇੰਨੇ ਕੁ ਚੌਲ, ਊਂ ਹੀ ਸ਼ਰਮ ਆ ਗਈ। ਫਿਰ ਭਗਵਾਨ ਜਾਣੀ ਜਾਣ ਸਨ। ਉਹ ਕਹਿੰਦੇ ਮਿੱਤਰਾ ਭਾਬੀ ਨੇ ਕੋਈ ਭੇਜਿਆ ਨਹੀਂ ਆ। ਜਿਉਂ ਲੱਗੇ ਗੱਲਾਂ ਕਰਨ, ਪ੍ਰਾਣੀਆਂ ਇਕੱਠੇ ਪੜ੍ਹਦੇ ਰਹੇ। ਕੁਝ ਦਿਨ ਭਗਵਾਨ ਜੀ ਨੇ ਇਹਨਾਂ ਨੂੰ ਆਪਣੇ ਪਾਸ ਰੱਖਿਆ ਤੇ ਫਿਰ ਜਦੋਂ ਆਖਿਆ ਕੁਝ ਭੇਜਿਆ ਨਹੀਂ ਮੇਰੇ ਵਾਸਤੇ, ਇਹ ਲਕੋਵੇ ਤੇ ਭਗਵਾਨ ਨੇ ਵੇਖਿਆ ਵੀ ਇਹ ਇੱਕ ਪਾਸੇ ਕੱਛ ਜੀ ਕੀ ਲਕੋਈ ਜਾਂਦਾ ਵਾ, ਇੱਕ ਬੰਨੇ ਨੂੰ ਕਰੀ ਜਾਂਦਾ। ਉਹਨਾਂ ਬਦੋ ਬਦੀ ਫੜ ਲਿਆ। ਅੱਛਾ ਕਹਿੰਦੇ ਚੌਲ ਭੇਜੇ ਆ, ਤਾਂ ਉਹ ਚੌਲ ਖੋਲ ਕੇ ਜਦੋਂ ਪਹਿਲੀ ਵਾਰੀ ਮੂੰਹ 'ਚ ਪਾਏ ਤੇ ਕਹਿੰਦੇ ਭਗਵਾਨ ਨੇ ਸਭ ਕੁਝ ਹੀ ਦੇ ਦਿੱਤਾ। ਇੱਕ ਵਾਰੀ ਮੂੰਹ 'ਚ ਪਾਏ। ਲਾਗੇ ਉਹਨਾਂ ਦੀ ਘਰ ਵਾਲੀ ਸੀ ਮਾਤਾ ਰੁਕਮਣੀ, ਉਹਨੇ ਫਿਰ ਬੇਨਤੀ ਕੀਤੀ ਕਿ ਤੁਹਾਡੀ ਪ੍ਰਸੰਨਤਾ ਦੇ ਨਾਲ ਤੇ ਲੋਕ ਪਰਲੋਕ ਦਾ ਸੁੱਖ ਮਿਲ ਜਾਂਦਾ ਹੈ, ਹੁਣ ਹੋਰ ਇਹਨਾਂ ਨੂੰ ਕੀ ਦੇਣਾ ਵਾ। ਸਦਾਮੇ ਨੂੰ ਨਹੀਂ ਪਤਾ ਵੀ ਕੀ ਦੇ ਰਹੇ ਆ ਮੈਨੂੰ, ਸਿਰਫ ਉਹਦੇ ਸੁੱਕੇ ਚੌਲ ਜਦੋਂ ਮੂੰਹ 'ਚ ਪਾਏ ਤਾਂ ਉਹਨੇ ਰੁਕਮਣੀ ਨੇ ਫਿਰ ਦੂਜੇ ਫੜ ਲਏ ਵੀ ਇਹ ਸਾਨੂੰ ਦੇ ਦਿਓ। ਇੰਨੇ ਪ੍ਰਸੰਨ ਹੋ ਗਏ ਵੀ ਸਾਰਾ ਕੁਝ ਹੀ ਦੇ ਦਿੱਤਾ। ਤੇ ਸਦਾਮਾ ਜੀ ਵਾਪਸ ਚੱਲੇ। ਨਾ ਭਗਵਾਨ ਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਪੈਸੇ ਦੇ, ਨਾ ਭਗਵਾਨ ਨੇ ਕਿਹਾ ਵੀ ਲੈ। ਤਾਂ ਸਦਾਮਾ ਜੀ ਤੁਰੇ ਜਾਂਦੇ ਸੀ ਤੇ ਹੈਰਾਨ ਹੁੰਦੇ ਸੀ ਵੀ ਹੁਣ ਮੈਨੂੰ ਪੈਸੇ ਮੰਗਦਿਆਂ ਸ਼ਰਮ ਹੀ ਆਉਣੀ। ਫਿਰ ਚਲੋ ਇਦਾਂ ਹੀ ਤੁਰ ਪਏ ਤੇ ਸੋਚਦੇ ਜਾਂਦੇ ਵੀ ਭਗਵਾਨ ਨੇ ਪ੍ਰੇਮ ਤੇ ਬਹੁਤ ਕੀਤਾ ਤੇ ਦਿੱਤਾ ਦੁੱਤਾ ਤੇ ਜਾਪਦਾ ਨਹੀਂ ਕੁਝ, ਏਦਾਂ ਹੀ ਜੱਫੀਆਂ ਪਾ ਕੇ ਮੋੜਤਾ। ਵੈਸੇ ਸਦਾਮਾ ਅਸਲੀ ਭਗਤ ਸੀ ਨਾ, ਉਹਨਾਂ ਦੀ ਅਵਸਥਾ ਇਦਾਂ ਦੀ ਸੀ, ਜੇ ਤੇ ਹੁੰਦੇ ਉਹ ਪੈਸੇ ਦੇ ਭਗਤ ਫਿਰ ਉਹ ਗੁੱਸਾ ਕਰਦੇ ਵੀ ਦਿੱਤਾ ਤੇ ਮੈਨੂੰ ਕੁਛ ਨਹੀਂ ਆ। ਇਹ ਤਾਂ ਆਪਣੀ ਕਥਾ ਕਰਨ ਵਾਲੀ ਗੱਲ ਹੀ ਆ ਨਾ ਵੀ ਭਗਵਾਨ ਨੇ ਦਿੱਤਾ ਕੁਝ ਨਹੀਂ ਆ, ਉਹਦੀ ਦਾਤ ਦਿਖਦੀ ਨਹੀਂ ਨਾ। ਸਦਾਮਾ ਅਸਲੀ ਭਗਤ ਸੀ, ਸੰਤ ਸੀ। ਉਹਨਾਂ ਨੇ ਸੋਚਿਆ ਵੀ ਭਗਵਾਨ ਸੋਚਦੇ ਹੋਣੇ ਜੇ ਇਹਨੂੰ ਮਾਇਆ ਦੇ ਦਿੱਤੀ ਤੇ ਇਹਨੇ ਲੋਭੀ ਹੋ ਜਾਣਾ, ਏਦਾਂ ਹੀ ਰਹਿਣ ਦੋ, ਭਗਤੀ ਕਰਦਾ ਵਾ, ਪੂਜਾ ਪਾਠ ਕਰਦਾ ਵਾ। ਪਰ ਜਦੋਂ ਜਾ ਕੇ ਵੇਖਿਆ ਤੇ ਜਿੱਥੇ ਛਪੜੀ ਸੀ ਉੱਥੇ ਮਹਿਲ ਪੈ ਗਏ। ਹੈਰਾਨ ਹੁੰਦੇ ਆ, ਝਿਜਕਦੇ ਆ ਵੀ ਮੇਰੀ ਛੰਨ ਕਿੱਥੇ ਗਈ, ਮੇਰੀ ਘਰ ਵਾਲੀ ਕਿੱਥੇ, ਮੇਰੇ ਬੱਚੇ ਕਿੱਥੇ। ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ। ਇਸ ਕਰਕੇ ਕਹਿੰਦੇ ਭਰਾਵਾ ਜ਼ਰੂਰੀ ਨਹੀਂ ਆ ਵੀ ਗੁਰਦੁਆਰੇ ਲੋਭ ਕਰਕੇ ਹੀ ਜਾਣਾ ਵਾ, ਜ਼ਰੂਰੀ ਨਹੀਂ ਆ ਵੀ ਗੁਰਦੁਆਰੇ ਮੰਗਣ ਨੂੰ ਹੀ ਜਾਣਾ ਵਾ। ਇੱਕ ਵਾਰੀ ਜਾ ਕੇ ਮੱਥੇ ਤੇ ਲੱਗ, ਗੁਰੂ ਦੇ ਦਰਸ਼ਨ ਤੇ ਕਰ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਸੰਗ ਲਿਖਿਆ ਵਾ ਵੀ ਬਿਪ ਸਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ। ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ। ਟੈਨਸ਼ਨ ਪੈ ਗਈ ਨਾ, ਕਿਵੇਂ ਜਾਵਾਂਗੇ, ਤਗੜਾ ਬੰਦਾ ਵਾ, ਕੀ ਪਤਾ ਭੁੱਲ ਗਿਆ ਹੋਵੇ, ਮਿਲਣਾ ਕਿ ਨਹੀਂ, ਕੌਣ ਮਿਲਾਊਗਾ, ਵਿਚੋਲਾ ਵੀ ਨਹੀਂ। ਪਹੁੰਚਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਜਾਏ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰਜੀ ਆਏ। ਜਦੋਂ ਉਹਨਾਂ ਵੇਖ ਲਿਆ ਦੂਰੋਂ ਹੀ ਆਏ, ਫਿਰ ਭੱਜੇ। ਜੋੜਾ ਵੀ ਉੱਥੇ ਰਹਿ ਗਿਆ, ਗੱਲ ਦਾ ਪਰਨਾ ਵੀ ਇੱਕ ਪਾਸੇ ਨੂੰ ਚਲੇ ਗਿਆ। ਡੰਡੌਤ ਕੀਤੀ ਤੇ ਅਖੀਰ ਭਾਈ ਗੁਰਦਾਸ ਸਾਹਿਬ ਜੀ ਕੀ ਕਹਿੰਦੇ ਨੇ, 4 ਪਦਾਰਥ ਸਕੁੱਚ ਪਠਾਏ
ਇੱਕ ਵਾਰੀ ਜਦੋਂ ਚੌਲ ਮੂੰਹ 'ਚ ਪਾ ਕੇ ਚੱਬੇ ਨਾ, ਇੰਨੇ 'ਚ ਹੀ ਕਹਿੰਦੇ 4 ਪਦਾਰਥ ਸਦਾਮੇ ਨੂੰ ਦੇਤੇ। ਨਾ ਉਹ ਹੀ ਬੋਲਿਆ ਤੇ ਨਾ ਭਗਵਾਨ ਹੀ ਬੋਲੇ, ਬਸ ਪਾਉਣ ਦੀ ਦੇਰ ਆ। ਤਾਂ ਇਹਨੂੰ ਕੀ ਕਹਿੰਦੇ ਆ? ਸਾਜ ਸਾਜਣੇ। ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਮੰਨਦੇ ਨੇ, ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਸਾਜ ਆਪੇ ਹੀ ਸਾਜ ਦਿੰਦਾ ਹੈ, ਉਹਨਾਂ ਦੇ ਕੰਮ ਆਪਣੇ ਆਪ ਕਰਨ ਲੱਗ ਪੈਂਦਾ ਹੈ। ਐਸੇ ਵਾਹਿਗੁਰੂ ਜੀ ਤਾਂ ਹੀ ਨਮਸਕਾਰ ਹੈ। ਨਮੋ ਸਾਹ ਸਾਹੇ। ਹੇ ਵਾਹਿਗੁਰੂ ਜੀ, ਆਪ ਜੀ ਨੂੰ ਨਮਸਕਾਰ ਹੈ, ਨਮੋ ਹੈ। ਆਪ ਸਾਹ ਸਾਹੇ, ਬਾਦਸ਼ਾਹ ਦੇ ਬਾਦਸ਼ਾਹ ਹੋ। ਜਾਂ ਪੰਜਾਬੀ 'ਚ ਸ਼ਾਹ ਕਹਿੰਦੇ ਸ਼ਾਹੂਕਾਰ ਨੂੰ, ਸ਼ਾਹੂਕਾਰਾਂ ਦੇ ਵੀ ਸ਼ਾਹੂਕਾਰ ਹੋ। ਜਾਂ ਸਾਹ ਕਹਿੰਦੇ ਉਤਸ਼ਾਹ ਨੂੰ, ਜਿਹੜਾ ਉਤਸ਼ਾਹ ਦੇ ਵਿੱਚ ਉਤਸ਼ਾਹ ਹੈ, ਹਿੰਮਤ ਵੀ, ਉਦਮ ਵੀ, ਬਲ ਵੀ ਉਹਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਨਮਸਕਾਰ ਹੈ। ਜਾਂ ਸਾਹ ਕਹਿੰਦੇ ਸਾਹਾਂ ਨੂੰ, ਇਹ ਸਵਾਸਾਂ ਦਾ ਵੀ ਸਵਾਸ। ਇਹ ਸਾਹ ਕਿਹਦੇ ਸਿਰ ਤੇ ਚੱਲਦੇ ਆ? ਆਤਮਾ ਦੇ ਸਿਰ ਤੇ। ਜਦੋਂ ਨਿਕਲ ਗਈ ਇੱਥੇ ਹੀ ਬੰਦ ਹੋ ਜਾਣੇ ਆ, ਪੌਣ ਸਰੀਰ 'ਚ ਹੀ ਰਹਿਣੀ, ਭਰ ਜਾਣੀ ਆ। ਪਾਣੀ 'ਚ ਲਾਸ਼ ਪਈ ਹੋਵੇ, ਢਿੱਡ ਫੁੱਲ ਜਾਂਦਾ। ਇੱਕ ਪ੍ਰਾਣ ਨਿਕਲ ਜਾਣਾ, ਬਾਕੀ ਸਾਰੇ ਇੱਥੇ ਰਹਿ ਜਾਣੇ ਆ। ਤਾਂ ਜਿਹੜਾ ਸਾਹਾਂ ਦਾ ਵੀ ਸਾਹ ਹੈ, ਸਾਹ ਕਿਹਦੇ ਸਿਰ ਤੇ ਖਲੋਤੇ? ਹੁਣ ਕੋਈ ਦਰਵਾਜ਼ਾ ਦੇ ਬੰਦ ਹੈ ਨਹੀਂ ਵੀ ਜਿੱਥੇ ਬੰਦ ਕਰਕੇ ਕੁੰਡੀ ਮਾਰ ਕੇ ਰੱਖ ਲਾ ਇਹਨਾਂ ਸਾਹਾਂ ਨੂੰ। ਜਦੋਂ ਆਪਾਂ ਸਾਹ ਲੈਂਦੇ ਆ, ਗੁਰਬਾਣੀ ਕਹਿੰਦੀ ਆ ਵੀ 10 ਇੰਚ ਕਹਿ ਲਓ ਜਾਂ ਉਂਗਲਾਂ ਕਹਿ ਲਓ, ਸਾਹ ਬਾਹਰ ਚਲੇ ਜਾਂਦਾ ਸਰੀਰ ਤੋਂ। ਅੱਛਾ, ਕਿਹੜੀ ਤਾਕਤ ਆ ਜਿਹੜੀ ਮੋੜ ਕੇ ਪਾਉਂਦੀ ਪਿਛਾਂ? ਚੱਲ ਅੰਦਰ। ਤੇ ਜਦੋਂ ਉਹ ਤਾਕਤ ਪਿੱਛੇ ਹਟ ਜਾਂਦੀ ਆ, ਜਿਹੜਾ ਸਾਹ ਬਾਹਰ ਗਿਆ ਉਹ ਆਉਂਦਾ ਹੀ ਨਹੀਂ ਸਰੀਰ 'ਚ। ਕਹਿੰਦੇ ਡੈਥ ਹੋ ਗਈ ਆ, ਮੌਤ ਹੋ ਗਈ, ਅਟੈਕ ਹੋ ਗਿਆ ਵਾ, ਜਾਂ ਸੁੱਤਾ ਹੀ ਰਹਿ ਗਿਆ ਵਾ। ਤਾਂ ਉਹ ਸਾਹਾਂ ਦਾ ਵੀ ਸਾਹ, ਮੈਨੇ ਸਾਹਾਂ ਦਾ ਵੀ ਅਧਿਸ਼ਠਾਨ ਆ, ਸਾਹ ਵੀ ਉਹਦੇ ਸਿਰ ਤੇ ਹੀ ਹੈ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਮਾਹ ਮਾਹੇ। ਮਾਹ ਕਹਿੰਦੇ ਚੰਦਰਮਾ ਨੂੰ, ਜਿਹੜਾ ਚੰਦਰਮਾ ਦਾ ਵੀ ਚੰਦਰਮਾ ਹੈ, ਚੰਦਰਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ। ਜਾਂ ਚੰਦਰਮਾ ਦਾ ਵੀ ਚੰਦਰਮਾ ਸਰੂਪ ਹੈ। ਜਾਂ ਮਾਹ ਮਹੀਨੇ ਨੂੰ ਕਹਿੰਦੇ। ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਮੰਨਿਆ ਗਿਆ ਹੈ? ਮਾਘ ਦਾ, ਜਿਹ 'ਚ ਪੂਜਾ ਪਾਠ ਸੇਵਾ ਸਿਮਰਨ ਇੱਧਰ ਦੇ ਇਸ ਦੇਸ਼ ਦਾ ਕਰਮ ਧਰਮ ਚੱਲਦਾ ਹੈ, ਜ਼ਿਆਦਾ ਹੁੰਦਾ ਹੈ, ਤਾਂ ਉਹਨੂੰ ਪਵਿੱਤਰ ਮੰਨਿਆ ਗਿਆ ਹੈ। ਤਾਂ ਐਸੇ ਵਾਹਿਗੁਰੂ ਜੀ ਦੇ ਤਾਂ ਹੀ ਨਮਸਕਾਰ ਹੈ, ਜਿਹੜਾ ਮਹੀਨਿਆਂ ਵਿੱਚੋਂ ਮਾਘ ਦਾ ਮਹੀਨਾ ਹੈ। ਔਰ ਦੂਸਰਾ ਚੰਦਰਮਾ ਦਾ ਵੀ ਚੰਦਰਮਾ ਹੈ, ਮਾਹ ਦਾ ਵੀ ਮਾਹ ਹੈ। ਐਸੇ ਵਾਹਿਗੁਰੂ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਗੀਤ ਗੀਤੇ। ਨਮਸਕਾਰ ਹੈ ਜਿਹੜਾ ਗੀਤਾਂ ਨੂੰ ਗੀਤੇ ਗਾਇਨ ਕਰਦਾ ਹੈ। ਗੀਤ ਵੀ ਉਹਦੀ ਤਾਕਤ ਦੇ ਸਿਰ ਤੇ ਗਾਇਨ ਹੋਣਗੇ। ਜਾਂ ਗੀਤਾਂ ਦੇ ਵਿੱਚ ਜਿਹੜੀ ਗੀਤ ਸ਼ਕਤੀ ਹੈ, ਕਸ਼ਿਸ਼ ਹੈ, ਖਿੱਚ ਹੈ, ਪ੍ਰੇਮ ਹੈ, ਮੋਹ ਹੈ, ਉਹ ਕਿਹਦਾ ਹੈ? ਪਰਮਾਤਮਾ ਦਾ। ਆ ਦੁਨਿਆਵੀ ਗੀਤ ਇਹ ਤਾਂ ਵਕਾਰ ਪੈਦਾ ਕਰਦੇ ਆ, ਕਾਮ ਕ੍ਰੋਧ ਪੈਦਾ ਕਰਦੇ ਨਾ। ਦੁਨਿਆਵੀ ਗੀਤ ਵਕਾਰ ਹੀ ਪੈਦਾ ਕਰਦੇ, ਅੱਗ ਹੀ ਲਾਉਂਦੇ ਅੰਦਰ। ਪਰ ਇੱਕ ਗੀਤ ਗੁਰਬਾਣੀ ਦੇ ਆ, ਜਿਹੜੀ ਗੁਰਬਾਣੀ ਆ ਉਹ ਠੰਡ ਪਾਉਂਦੀ ਹੈ। ਇਸ ਕਰਕੇ ਉਹ ਗੀਤਾਂ ਦਾ ਵੀ ਗੀਤ। ਜੇ ਦੇਖਣਾ ਹੋਵੇ ਵੀ ਆਤਮਾ ਦਾ ਸੁਭਾਅ ਕੀ ਆ, ਫਿਰ ਕਿਹਨੂੰ ਦੇਖਣਾ ਚਾਹੀਦਾ? ਅੱਛਾ, ਜੇ ਦੇਖਣਾ ਹੋਵੇ ਵੀ ਮਨ ਦਾ ਸੁਭਾਅ ਕੀ ਆ, ਫਿਰ ਕਿਹਨੂੰ ਦੇਖਣਾ ਚਾਹੀਦਾ ਹੈ? ਜੇ ਤੁਸੀਂ ਆਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਕ ਬੱਚੇ ਨੂੰ ਦੇਖੋ। ਪਿਆਰਾ ਲੱਗਦਾ ਕਿ ਨਹੀਂ? ਸਾਰਿਆਂ ਨੂੰ ਹੀ।
ਉਦੋਂ ਆਤਮਾ ਹਾਵੀ ਹੁੰਦੀ ਹੈ। ਜਦੋਂ ਵੱਡਾ ਹੋ ਜਾਂਦਾ ਉਦੋਂ ਮਨ ਹਾਵੀ ਹੋ ਜਾਂਦਾ। ਜੇ ਮਨ ਵੇਖਣਾ ਜਵਾਨੀ ਵਾਲੇ ਨੂੰ ਵੇਖੋ ਕਿੱਦਾਂ ਅੱਗ ਲੱਗੀ ਪਈ ਹੈ, ਤੇ ਜੇ ਆਤਮਾ ਦੇ ਦਰਸ਼ਨ ਕਰਦੇ ਆ ਤੇ ਬੱਚੇ ਨੂੰ ਦੇਖੋ। ਤਾਂ ਬੱਚੇ ਨੂੰ ਦੇਖ ਕੇ ਕੀ ਫਿਰ ਸਮਝ ਪੈਂਦੀ ਹੈ, ਨਿਆਣੇ ਨੂੰ ਦੇਖ ਕੇ ਛੋਟੇ ਨੂੰ ਕੀ ਸਮਝ ਪੈਂਦੀ। ਇਹਦੇ ਵਿੱਚ ਜਿਹੜੀ ਆਤਮਾ ਵਾ ਦੇਖੋ ਉਹਦਾ ਸੁਭਾਅ ਕਿੱਦਾਂ ਦਾ ਵਾ, ਨਾ ਕੋਈ ਵਕਾਰ ਕਾਮ ਕ੍ਰੋਧ ਹੈ ਬੱਚੇ 'ਚ, ਨਹੀਂ, ਨਾ ਕੋਈ ਧੋਖਾ ਛਲ ਕਪਟ, ਮਿੰਟ 'ਚ ਗੁੱਸੇ ਤੇ ਮਿੰਟ 'ਚ ਮੰਨਿਆ, ਨਾ ਕੋਈ ਵੈਰ ਵਿਰੋਧ ਵੀ ਮੈਂ ਤੇ ਹੁਣ ਮੰਨਣਾ ਹੀ ਨਹੀਂ ਤੁਹਾਡੇ ਨਾਲ। ਜਦੋਂ ਆਪਾਂ ਵੱਡੇ ਹੋ ਜਾਂਦੇ, ਬੱਚੇ 'ਚ ਇੱਕ ਗੁਣ ਆ ਭੁੱਲਣ ਦਾ, ਮਿੰਟ 'ਚ ਭੁੱਲ ਜਾਂਦਾ ਵਾ। ਹੁਣੇ ਰੋਣ ਡਿਆ ਹੁੰਦਾ, ਚੀਕਾਂ ਪੈਣ ਡੀਆਂ ਹੁੰਦੀਆਂ ਨੇ, ਜਿੱਦ ਕਰਨ ਡਿਆ ਹੁੰਦਾ ਵਾ, ਲਿਟਣ ਡਿਆ ਹੁੰਦਾ ਹੈ, ਤੇ ਕਿਸੇ ਘਰ ਵਾਲੇ ਨੇ ਕਹਿ ਦਿੱਤਾ ਆਹ ਵੇਖ ਤੇਰੇ ਲਈ ਖਾਣ ਲਈ ਲਿਆਂਦਾ, ਭੁੱਲ ਗਿਆ ਬਸ। ਤੇ ਜਦੋਂ ਆਪਾਂ ਵੱਡੇ ਹੋ ਗਏ, ਆਹ ਫਲਾਣੇ ਬੰਦੇ ਨੇ ਮੈਨੂੰ ਫਲਾਣੇ ਟਾਈਮ 'ਚ ਆਹ ਗੱਲ ਕਹੀ ਸੀ, ਮੇਰੇ ਅੱਜ ਵੀ ਰੜਕਦੀ ਆ। ਤਾਂ ਆਤਮਾ ਦੇ ਦਰਸ਼ਨ ਕਰਨੇ ਆ ਤੇ ਬੱਚੇ ਨੂੰ ਦੇਖੋ। ਵੈਸੇ ਆਤਮਾ ਦੇ ਲੱਛਣ ਕੀ ਕੀਤੇ ਆ? ਸਤ ਚਿਤ ਆਨੰਦ, ਸਤਿਗੁਰ ਪ੍ਰਸਾਦ ਹੋਂਦਾ ਚੇਤਨ ਤੇ ਆਨੰਦ 'ਚ, ਨਿਆਣੇ ਖੇੜੇ 'ਚ ਰਹਿੰਦੇ ਆ। ਚੌਥਾ ਗੁਣ ਡਾਕਟਰ ਭਾਈ ਵੀਰ ਸਿੰਘ ਜੀ ਨੇ ਗੁਰਬਾਣੀ ਅਨੁਸਾਰ ਦੱਸਿਆ, ਕਹਿੰਦੇ ਪ੍ਰੇਮ। ਜਿਹੜਾ ਪ੍ਰੇਮ ਆ ਨਾ, ਬੱਚਾ ਪਿਆਰਾ ਲੱਗਦਾ ਕਿ ਨਹੀਂ ਸਾਰਿਆਂ ਦਾ, ਉਹ ਵੀ ਆਤਮਾ ਦਾ ਗੁਣ ਹੈ। ਤਾਂ ਇਸ ਕਰਕੇ ਜਿਹੜੀ ਕਸ਼ਿਸ਼ ਹੈ, ਖਿੱਚ ਹੈ, ਪ੍ਰੇਮ ਹੈ, ਤਾਂ ਉਹ ਜਿਹੜਾ ਪ੍ਰੇਮ ਉਹ ਵਾਹਿਗੁਰੂ ਦਾ ਗੁਣ ਹੈ, ਆਤਮਾ ਦਾ ਗੁਣ ਹੈ। ਇਸ ਕਰਕੇ ਭਾਈ ਉਹ ਗੀਤਾਂ ਦਾ ਵੀ ਗੀਤ ਹੈ, ਜਾਂ ਫਿਰ ਗੀਤ ਕਹਿੰਦੇ ਗੀਤਾ ਨੂੰ। ਭਗਵਾਨ ਕ੍ਰਿਸ਼ਨ ਜੀ ਨੇ ਉਚਾਰੀ ਨਾ ਗੀਤਾ, ਰੱਬ ਦੇ ਗੀਤ, ਤੇ ਗੀਤ ਕਹਿੰਦੇ ਜਸ ਨੂੰ। ਜਿਹੜਾ ਗੀਤਾ ਦੇ ਵਿੱਚ ਗੀਤ ਆ ਨਾ, ਵਾਹਿਗੁਰੂ ਦੀ ਵਡਿਆਈ ਆ, ਜਸ ਆ, ਉਸ ਵਾਹਿਗੁਰੂ ਦੇ ਤਾਂ ਹੀ ਨਮਸਕਾਰ ਹੈ। ਜਿਹੜਾ ਹਰ ਧਾਰਮਿਕ ਗ੍ਰੰਥ ਕੀ ਹੋ ਗਿਆ? ਗੀਤ। ਉਹਦੇ ਵਿੱਚ ਜਿਹੜਾ ਗੀਤ ਜਸ ਹੈ, ਵਾਹਿਗੁਰੂ ਦੀ ਵਡਿਆਈ ਹੈ, ਉਹਨੂੰ ਨਮੋ ਮਹਾਰਾਜ ਜੀ ਕਹਿੰਦੇ ਹਨ ਕਿ ਨਮਸਕਾਰ ਹੈ। ਨਮੋ ਪ੍ਰੀਤ ਪ੍ਰੀਤੇ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਮਸਕਾਰ ਹੈ ਜਿਹੜਾ ਪ੍ਰੀਤ, ਪ੍ਰੀਤ ਕਹਿੰਦੇ ਪ੍ਰੇਮ ਨੂੰ, ਪਿਆਰ ਨੂੰ। ਪ੍ਰੀਤੀ ਵਿੱਚ, ਪ੍ਰੇਮ ਵਿੱਚ, ਪ੍ਰੇਮ ਸਰੂਪ, ਜਾਂ ਜਿਹੜਾ ਪ੍ਰੇਮ ਦਾ ਵੀ ਪ੍ਰੇਮ ਹੈ। ਪ੍ਰੇਮ ਦੇ ਵਿੱਚ ਜਿਹੜਾ ਆਨੰਦ ਹੈ, ਰਸ ਹੈ, ਉਹ ਕਿਹਦਾ ਹੈ? ਉਸ ਵਾਹਿਗੁਰੂ ਪਰਮੇਸ਼ਰ ਦਾ। ਜਾਂ ਫਿਰ ਦੁਨਿਆਵੀ ਪ੍ਰੀਤਾਂ ਨਾਲੋਂ, ਪ੍ਰੇਮ ਨਾਲੋਂ ਸੱਜਣਾ ਰੱਬ ਦੀ ਪ੍ਰੀਤੀ ਸਭ ਤੋਂ ਸ਼੍ਰੋਮਣੀ ਆ। ਪ੍ਰੀਤ ਪ੍ਰੀਤ ਗੁਰੀਆ ਪੰਕਤੀ ਆਉਂਦੀ ਨਾ ਗੁਰਬਾਣੀ 'ਚ, ਮੋਹਨ ਲਾਲਨਾ। ਜਿਹੜਾ ਰੱਬ ਦਾ ਪ੍ਰੇਮ ਹੈ, ਇਹ ਪ੍ਰੀਤੀਆਂ ਵਿੱਚੋਂ ਵੀ ਸ੍ਰੇਸ਼ਟ ਪ੍ਰੀਤੀ ਹੈ। ਕਿਉਂ? ਜਿਹੜਾ ਬਾਕੀ ਪ੍ਰੇਮ ਆ ਨਾ ਦੁਨਿਆਵੀ, ਇਹ ਤਾਂ ਖਲੋਤਾ ਮਤਲਬ ਤੇ। ਜਿੰਨਾ ਚਿਰ ਪੈਸੇ ਆਉਂਦੇ ਆ, ਤੁਹਾਡੇ ਕੋਲੋਂ ਸੁੱਖ ਮਿਲਦਾ ਵਾ, ਉਹਨਾਂ ਚਿਰ ਤੇ ਤੁਹਾਡੀ ਖਿੱਚ ਹੋਵੇਗੀ। ਜਦੋਂ ਤੁਹਾਡੇ ਕੋਲੋਂ ਪੈਸੇ ਜਾਂ ਸੁੱਖ ਨਾ ਮਿਲਿਆ, ਫਿਰ ਕਹਿਣ ਲੱਗ ਪੈਣਗੇ ਵੀ ਇਹ ਵਿਹਲੜ ਆ, ਇਹ ਨਖੱਟੂ ਆ, ਇਹ ਪਾਗਲ ਆ, ਬੇਵਕੂਫ ਆ। ਤਾਂ ਕਾਹਦੀ ਪ੍ਰੀਤੀ ਆ? ਪੈਸੇ ਦੀ ਤੇ ਸੁੱਖ ਦੀ। ਜਿਵੇਂ ਕਿਸੇ ਮਹਾਤਮਾ ਨੇ ਬੜਾ ਹੀ ਸੋਹਣੀ ਗੱਲ ਕੀਤੀ ਸੀ ਨਾ, ਵੀ ਜਦੋਂ ਤੂੰ ਤੁਰ ਗਿਆ ਨਾ, ਤੈਨੂੰ ਨਹੀਂ ਰੋਣਾ। ਫਿਰ ਬੇਨਤੀ ਕਰਾਂ, ਜਦੋਂ ਤੂੰ ਤੁਰ ਗਿਆ ਤੈਨੂੰ ਨਹੀਂ ਰੋਣਾ, ਜਿਹੜੇ ਤੇਰੇ ਕਰਕੇ ਕੰਮ ਚੱਲਦੇ ਸੀ ਨਾ, ਉਹਨਾਂ ਨੂੰ ਰੋਣਾ। ਮਕਾਨ ਨੂੰ ਨਹੀਂ ਕਿਸੇ ਨੇ ਰੋਣਾ, ਜਿਹੜਾ ਮਕਾਨ ਤੋਂ ਸੁੱਖ ਮਿਲਦਾ ਸੀ ਉਹਨੂੰ ਰੋਣਾ। ਇਹੀ ਤੇ ਭੁਲੇਖਾ ਵਾ ਨਾ, ਬੰਦੇ ਨੂੰ ਨਹੀਂ ਕਿਸੇ ਨੇ ਰੋਣਾ। ਜਿਹੜਾ ਬੰਦੇ ਤੋਂ ਨਾ ਮਤਲਬ ਮਿਲਦਾ ਸੀ, ਸੁੱਖ ਮਿਲਦਾ ਸੀ, ਪੈਸਾ ਮਿਲਦਾ ਸੀ,
ਸਹਾਇਤਾ ਮਿਲਦੀ ਸੀ, ਸਹੂਲਤ ਮਿਲਦੀ ਸੀ। ਹੁਣ ਕਿਸੇ ਬੰਦੇ ਦੇ ਕਰਮ ਹੁੰਦੇ, ਉਹਦੇ ਸਿਰ ਤੇ ਪੈਸਾ ਆਉਂਦਾ ਵਾ, ਘਰ ਚੱਲਦਾ ਵਾ, ਉਹਨੂੰ ਰੋਣਾ ਵਾ। ਇਸ ਕਰਕੇ ਭਰਾਵਾ, ਨਮੋ ਪ੍ਰੀਤ ਪ੍ਰੀਤੇ, ਇਹ ਦੁਨਿਆਵੀ ਪ੍ਰੀਤੀ ਕਿਤੇ ਖਲੋਤੀ ਆ, ਮਤਲਬ ਤੇ ਖਲੋਤੀ ਹੋਈ। ਹੁਣ ਤੁਸੀਂ ਮੰਨੋਗੇ ਇੱਕ ਗੱਲ, ਇੱਕ ਮਾਈ ਦੇ 3 ਲੜਕੇ, ਤਿੰਨਾਂ ਚੋਂ ਇੱਕ ਉਹਨੂੰ ਸਾਂਭਦਾ ਵਾ, ਮਾਤਾ ਨੂੰ, ਘਰ ਵਾਲਾ ਤੋਂ ਚੜ੍ਹਾਈ ਕੀਤਾ। ਉਹ ਜਿਹੜਾ ਸਾਂਭਦਾ ਵਾ ਨਾ ਮਾਤਾ ਨੂੰ, ਉਹਦੀ ਘਰ ਵਾਲੀ ਚੜ੍ਹਾਈ ਕੀਤੀ ਆ, ਤੇ ਮਾਈ ਹੋ ਗਈ ਬਜ਼ੁਰਗ, ਮਾਤਾ ਹੋ ਗਈ ਬਜ਼ੁਰਗ। ਹੁਣ ਜਦੋਂ ਬੰਦਾ ਬਜ਼ੁਰਗ ਹੋ ਜੇ, ਫਿਰ ਲੱਤਾਂ ਬਾਹਾਂ ਜਵਾਬ ਦੇ ਦੇਣੀਆਂ, ਤੇ ਫਿਰ ਮੰਜੇ ਤੇ ਹੀ ਹੋਊਗਾ ਸਾਰਾ ਕੁਝ। ਉਹ ਜਿਹੜਾ ਮੁੰਡਾ ਵਾ, ਤਿੰਨਾਂ ਚੋਂ ਜਿਹਦੀ ਘਰ ਵਾਲੀ ਚੜ੍ਹਾਈ ਕੀਤੀ ਆ, ਉਹ ਆਪਦੀ ਮਾਤਾ ਨੂੰ ਸਾਂਭਦਾ ਵਾ, ਤੇ ਉਹਦੀ ਗੰਦਗੀ ਵੀ ਆਪ ਹੀ ਧੋਂਦਾ ਵਾ। ਕਿਉਂ? ਮਾਂ ਨਿੱਕੇ ਹੁੰਦਿਆਂ ਦੀ ਧੋਂਦੀ ਰਹੀ ਹੈ, ਅੱਜ ਉਹ ਸੇਵਾ ਕਰਦਾ। ਪਰ ਜੇ ਔਰਤ ਹੁੰਦੀ ਤੇ ਥੋੜਾ ਸੌਖਾ ਹੁੰਦਾ, ਘਰ ਵਾਲੀ ਹੁੰਦੀ ਤੇ ਸੌਖਾ ਹੁੰਦਾ। ਉਹ ਸੱਜਣ ਆਣ ਕੇ ਕਹਿੰਦਾ ਬਹੁਤ ਸੇਵਾ ਕਰਦਾ ਆਪਦੀ ਮਾਂ ਦੀ, ਪਰ ਉਹ ਹੋਇਆ ਕਿ ਹੁਣ ਲਗਾਤਾਰ ਮੰਜੇ ਤੇ ਪੈਣ ਕਰਕੇ ਨਾ ਸਰੀਰ ਫਿਰ ਗਲ ਗਿਆ। ਤੇ ਉਹ ਬਾਬੇ ਸ਼ਹੀਦੀ ਆਣ ਕੇ ਸੱਜਣ ਕਹਿੰਦਾ ਵੀ ਅਰਦਾਸ ਕਰਨੀ ਆ, ਅਰਦਾਸ ਕਰਾਉਣੀ ਆ। ਮੈਂ ਕਿਹਾ ਜੀ ਕਰਾ ਲਓ, ਕਰ ਲਓ। ਜਾਂ ਫਿਰ ਕੀ ਕਹਿੰਦਾ, ਮਾਤਾ ਦੀ ਢਿੱਲੀ ਰਹਿੰਦੀ ਆ। ਹੁਣ ਮੈਨੂੰ ਪਤਾ ਨਹੀਂ ਸੀ ਵਿਚਲੀ ਗੱਲ ਦਾ। ਮੈਂ ਤੰਦਰੁਸਤੀ ਦੀ ਅਰਦਾਸ, ਕਹਿੰਦਾ ਨਹੀਂ, ਅੱਗੇ ਜਾਣ ਦੀ ਅਰਦਾਸ। 3 ਮੁੰਡੇ ਹੋਣ, ਇਹ ਤਾਂ ਵਿਚਾਰਾ ਚੰਗਾ ਬੰਦਾ ਵਾ, ਘਰ ਵਾਲੀ ਵੀ ਨਹੀਂ, ਫਿਰ ਵੀ ਵਿਚਾਰਾ ਕੱਲਾ ਸਾਂਭਦਾ। ਅੱਛਾ, ਕਮਾਲ ਦੀ ਗੱਲ ਆ, ਮਾਂ ਨੂੰ ਸਾਂਭਣ ਨੂੰ ਦੂਜੇ 2 ਮੁੰਡੇ ਤਿਆਰ ਨਹੀਂ ਆ, ਨਾ ਹੀ ਉਹਨਾਂ ਦੀਆਂ ਘਰ ਵਾਲੀਆਂ ਘਰੇ ਵਾੜਨ ਨੂੰ ਤਿਆਰ ਆ। ਤੇ ਫਿਰ ਇਹਦੀ ਜਿਹੜੀ ਕੋਠੀ ਆ, ਇਹਦੇ ਤੇ ਸਾਰਿਆਂ ਦੀ ਨਿਗਾਹ, ਕਿਉਂ? ਇਹਦਾ ਕੋਈ ਮੁੰਡਾ ਨਹੀਂ, ਕੁੜੀ ਆ ਬਸ, ਉਹ ਵੀ ਵਿਆਹੀ ਆ, ਵੀ ਇਹਦੀ ਕੋਠੀ ਸਾਨੂੰ ਮਿਲ ਜੇ, ਮਾਂ ਨੂੰ ਨਹੀਂ ਅਸੀਂ ਸਾਂਭਣਾ, ਇਹਦੇ 'ਚੋਂ ਵੀ ਹਿੱਸਾ ਲੈਣਾ ਵਾ। ਸਤਿਗੁਰੂ ਕਹਿੰਦੇ ਤੂੰ ਕਿਹੜੇ ਭੁਲੇਖੇ 'ਚ ਤੁਰਿਆ ਫਿਰਦਾ ਵਾਂ? ਇਹ ਦੁਨਿਆਵੀ ਪ੍ਰੇਮ ਸਭ ਮਤਲਬ ਤੇ ਖਲੋਤੇ ਹੁੰਦੇ। ਇਸ ਕਰਕੇ ਨਮੋ ਪ੍ਰੀਤ ਪ੍ਰੀਤੇ, ਅਸਲੀ ਪ੍ਰੀਤੀ ਕਿਹੜੀ ਆ? ਉਹ ਆ ਵਾਹਿਗੁਰੂ ਪਰਮੇਸ਼ਰ ਦੀ। ਤਾਂ ਮਹਾਰਾਜ ਜੀ, ਇੱਕ ਆਪਾਂ ਧਾਰਨਾ ਪੜ੍ਹ ਲਈਏ, ਫਿਰ ਸਮਾਂ ਹੋ ਗਿਆ। ਝੂਠੀ ਦੇਖੀ ਪ੍ਰੀਤ ਜਗਤ ਮਹਿ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮਹਿ, ਝੂਠੀ ਦੇਖੀ ਪ੍ਰੀਤ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਸਤਿਗੁਰੂ ਤੇ ਬਾਣੀ ਦੇ ਵਿੱਚ ਇੱਥੋਂ ਤੱਕ ਕਹਿ ਦਿੰਦੇ ਆ, ਹਮ ਤੁਮ ਸੰਗ ਝੂਠੇ ਸਭ ਬੋਲਾ। ਜਿਹੜੇ ਅਸੀਂ ਬੋਲਦੇ ਨਾ, ਤੂੰ ਮੇਰਾ ਵਾਂ, ਮੈਂ ਤੇਰਾ ਵਾਂ, ਇਹ ਸਾਡਾ ਵਾ। ਆ ਵਿਆਹ ਕਰਾਉਣ ਵੇਲੇ ਵੇਖ ਲਓ ਕਿੱਡਾ ਗੱਪ ਛੱਡਦੇ ਆ ਵੀ 7 ਜਨਮਾਂ ਦਾ ਸਾਥ। ਇਹ ਵੀ ਨਹੀਂ ਪਤਾ ਵੀ ਇਹ 2 ਮਹੀਨੇ ਨਿਭਣੀਆਂ ਕਿ ਨਹੀਂ। ਆਪਣੇ ਇਹ 7 ਜਨਮ ਦੀ ਥਿਊਰੀ ਪਤਾ ਕੀ ਹੁੰਦੀ ਆ? ਜਦੋਂ ਪੁਰਾਣੇ ਵਿਆਹ ਹੁੰਦੇ ਸੀ ਤੇ ਉਹ ਕਹਿੰਦੇ ਸੀ ਵੀ ਜੋਤਿਸ਼ ਮੁਤਾਬਕ 7 ਜਨਮ ਇਕੱਠੇ, ਜਾਂ ਫਿਰ ਕਈ ਗੱਲਾਂ ਚੰਗੀਆਂ ਵੀ ਸੀ। ਉਹਦਾ ਰਿਸ਼ਤਾ ਲੈਣਾ ਜੀ, ਪਹਿਲਾਂ ਜਿਹਦਾ ਰਿਸ਼ਤਾ ਲੈਣਾ ਉਹਦੀਆਂ 7 ਪੀੜ੍ਹੀਆਂ ਵੇਖਣੀਆਂ।
ਹੁਣ ਕੋਈ ਪੁੱਛੇ ਵੀ 7 ਪੀੜ੍ਹੀਆਂ ਕਿਉਂ ਵੇਖਣੀਆਂ, ਇਹਦੇ ਪਿੱਛੇ ਵੀ ਸਾਇੰਸ ਆ। ਜਿਹੜਾ ਸਾਡਾ ਲਹੂ ਆ ਨਾ, ਜਾਂ ਜਿਹੜੇ ਸਾਡੇ ਜੀਨਸ ਆ, ਸਾਡੇ ਜੀਨਸ 'ਚ 7 ਪੀੜ੍ਹੀਆਂ ਦਾ ਸੁਭਾਅ ਰਹਿੰਦਾ ਵਾ। 7 ਪੀੜ੍ਹੀਆਂ ਬਾਅਦ ਬਦਲਦਾ। ਇਸੇ ਕਰਕੇ 7 ਪੀੜ੍ਹੀਆਂ ਬਾਅਦ ਉਹ ਰਿਸ਼ਤਾ ਬਦਲ ਜਾਂਦਾ ਹੀ ਨਾ, ਰਿਸ਼ਤਾ ਕਰ ਲੈਂਦੇ। ਜਾਂ 7 ਪੀੜ੍ਹੀਆਂ ਵੇਖਣੀਆਂ ਇਹਦੀਆਂ ਵੀ 7 ਪੀੜ੍ਹੀਆਂ 'ਚ ਕੋਈ ਸੂਰਮਾ ਹੋਵੇ, ਕੋਈ ਸਾਧੂ ਹੋਵੇ, ਉਹ ਸੁਭਾਅ ਫਿਰ ਲਹੂ 'ਚ ਹੋਊਗਾ। ਕੀ ਪਤਾ ਉਹੀ ਜੰਮ ਪਏ, ਉਹ ਸੁਭਾਅ ਫੇਰ ਆ ਜੇ, ਉਹ ਜੀਨਸ ਫੇਰ ਆ ਜੇ ਤੇ ਫਿਰ ਸੇਵਾ ਕਰੇ, ਪਰਉਪਕਾਰ ਕਰੇ। ਤੇ ਮਹਾਰਾਜ ਚਲੋ ਇਹ ਤਾਂ ਵਿਸ਼ਾ ਥੋੜ੍ਹਾ ਜਿਹਾ ਵੱਖ ਹੋ ਗਿਆ। ਤਾਂ ਪੁਰਾਣੇ ਸਮੇਂ 'ਚ ਕਹਿੰਦੇ ਹੁੰਦੇ ਸੀ ਵੀ 7 ਪੀੜ੍ਹੀਆਂ ਵੇਖ ਕੇ ਰਿਸ਼ਤਾ ਲੈਣਾ। ਪਰ ਆਪਣਾ ਵਿਸ਼ਾ ਕੀ ਆ? ਹਮ ਤੁਮ ਸੰਗ ਝੂਠੇ ਸਭ ਬੋਲਾ। ਇਹ ਜਿਹੜਾ ਮੇਰਾ ਮੇਰਾ ਕਰਦੇ ਫਿਰਦੇ ਆ ਨਾ, ਇਹ ਸਭ ਝੂਠ ਹੈ। ਕਹਿੰਦੇ ਕਦੀ ਵੇਖਿਆ ਨਹੀਂ ਤੁਸੀਂ, ਜਦੋਂ ਮੜੀਆਂ 'ਚ ਆਪਾਂ ਜਾਂਦੇ ਆ, ਜਦੋਂ ਲਾਸ਼ ਨੂੰ ਲੱਕੜਾਂ 'ਤੇ ਪਾਉਂਦੇ ਆ, ਉਹਨਾਂ ਚਿਰ ਹੀ ਜੱਫੀਆਂ ਪੈਂਦੀਆਂ ਜਿੰਨਾ ਚਿਰ ਅੱਗ ਨਹੀਂ ਲੱਗੀ। ਜਦੋਂ ਲੱਗ ਗਈ ਬੁੜਕ ਕੇ ਪਿੱਛੇ ਹੋਣਾ ਪੈਂਦਾ, ਲੱਗਾ ਸੇਕ। ਫਿਰ ਤਾਂ ਜਦੋਂ ਲੱਕੜਾਂ ਉੱਤੇ ਪਾਉਣ ਦੀ ਵਾਰੀ ਆਈ, ਤੇਰੇ ਨਾਲ ਕਿਸੇ ਨੇ ਲੰਮੇ ਨਹੀਂ ਪੈਣਾ, ਇਕੱਲੇ ਨੂੰ ਹੀ ਪੈਣਾ। ਅੱਜ ਤੱਕ ਦੇਖਿਆ ਐਸੇ ਬਹੁਤ ਘੱਟ ਪ੍ਰਸੰਗ ਹੋਣਗੇ, ਜਿਸ ਪਿਆਰੇ ਸੇ ਨੇਹ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਭਾਈ ਗੁਰਮੁਖ ਸਿੰਘ ਉੜੀਸਾ ਥੋੜ੍ਹੀ ਕਿਸੇ ਨੇ ਬਣ ਜਾਣਾ। ਤਾਂ ਕਿੰਨੇ ਤੁਸੀਂ ਜ਼ਿੰਦਗੀ 'ਚ ਸੰਸਕਾਰ ਦੇਖੇ ਆ। ਉਸ ਮੰਜੇ ਤੇ ਮੈਨੇ ਮੜੀਆਂ ਵਾਲੇ ਤੇ ਲੱਕੜਾਂ ਤੇ ਕਿੰਨੇ ਪਖੰਡ ਕਰਦਾ ਹੁੰਦਾ ਸੀ, ਚਾਦਰ ਨਹੀਂ ਸਿੱਧੀ ਵਿਛਾਈ, ਹੁਣ ਤੂੰ ਲੱਕੜਾਂ ਤੇ ਪਿਆ ਫਿਰਦਾ, ਸਰਾਣਾ ਨਹੀਂ ਮੈਨੂੰ ਚੰਗਾ ਦਿੱਤਾ। ਤੇ ਖੁੰਘੀਆਂ ਵਾਲੀਆਂ ਲੱਕੜਾਂ ਹੁੰਦੀਆਂ ਨੇ ਜਿਨ੍ਹਾਂ ਦੇ ਪਾ ਕੇ ਫਿਰ ਫੂਕਣਾ ਵਾ। ਉਹ ਜਿਹੜੀਆਂ ਲੱਕੜਾਂ ਦਾ ਬੈੱਡ ਆ ਨਾ, ਬਿਸਤਰਾ ਜਿਹਨੂੰ ਚਿਖਾ ਕਹਿੰਦੇ ਆਪਾਂ, ਉਹਦੇ ਤੇ ਅੱਜ ਤੱਕ ਕੋਈ ਪਿਆ ਕਿਸੇ ਨਾਲ ਤੇ ਫਿਰ ਕਹਿੰਦੇ ਸੀ ਮੇਰਾ ਵਾ। ਹੁਣ ਕਿੱਧਰ ਗਿਆ ਮੇਰਾ? ਜਦੋਂ ਅੱਗ ਲੱਗੀ ਉਸੇ ਵੇਲੇ ਪਿੱਛੇ ਹੋਣਾ ਪੈਂਦਾ, ਕਿਉਂ? ਅੱਗ ਦਾ ਸੇਕ ਜਿਉਂਦੇ ਦੀ ਨਿਸ਼ਾਨੀ ਆ ਨਾ। ਜੇ ਲੱਗੇ ਤੇ ਜਿਉਂਦਾ, ਨਾ ਲੱਗੇ ਤੇ ਮਰਿਆ ਹੈ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ, ਜੇ ਤੇ ਰੱਬ ਦਾ ਤੀਰ ਵੱਜਦਾ ਤੇ ਤੂੰ ਜਿਉਂਦਾ, ਨਹੀਂ ਤੇ ਮਰਿਆ ਹੀ ਆ ਤੂੰ। ਇਹੋ ਤਨ ਜਾਣ ਮਸਾਣ, ਇਹ ਸਰੀਰ ਫਿਰ ਮਰਿਆ ਹੀ ਆ ਤੇਰਾ। ਕਿਉਂ? ਇਹਦੇ ਵਿੱਚ ਬਿਰਹਾ ਨਹੀਂ ਪੈਦਾ ਹੋਇਆ, ਰੱਬ ਦਾ ਸੇਕ ਨਹੀਂ ਲੱਗਾ, ਰੱਬ ਦੀ ਤੜਫ ਨਹੀਂ ਲੱਗੀ। ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਤਾਂ ਮਹਾਰਾਜ ਕੀ ਕਹਿੰਦੇ ਨੇ ਵੀ ਇਹ ਪ੍ਰੀਤੀ ਝੂਠੀ ਹੈ, ਇਸ ਕਰਕੇ ਵਾਹਿਗੁਰੂ ਦਾ ਪ੍ਰੇਮ ਜਿਹੜਾ ਹੈ ਉਹ ਸੱਚਾ ਹੈ, ਨਮਸਕਾਰ ਹੈ। ਜਿਹੜਾ ਪ੍ਰੀਤੀ ਦਾ ਵੀ ਪ੍ਰੀਤ ਪ੍ਰੇਮ ਹੈ, ਨਮੋ ਰੋਖ ਰੋਖੇ, ਨਮਸਕਾਰ ਹੈ ਰੋਖ। ਰੋਖੇ, ਵੈਸੇ ਰੋਖ ਦਾ ਅਰਥ ਹੁੰਦਾ ਕ੍ਰੋਧ, ਗੁੱਸਾ। ਹੁਣ ਕ੍ਰੋਧ ਦਾ ਵੀ ਰੋਖੇ। ਕ੍ਰੋਧ ਨੂੰ ਵੀ ਮਾਰਨ ਵਾਲਾ ਕੌਣ ਹੈ? ਕ੍ਰੋਧ ਨੂੰ ਵੀ ਖਤਮ ਕਰਨ ਵਾਲਾ ਕੌਣ ਹੈ? ਉਹ ਕੀ ਆ? ਵਾਹਿਗੁਰੂ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਜਾਂ ਰੋਖ ਦਾ ਅਰਥ ਹੁੰਦਾ ਰੁੱਖ। ਰੁੱਖਾਂ ਵਿੱਚੋਂ ਰੁੱਖ ਕਿਹੜਾ ਸ਼੍ਰੋਮਣੀ ਆ? ਪਾਰਜਾਤ, ਕਲਪ ਬ੍ਰਿਕਸ਼ ਜਿਹਨੂੰ ਕਹਿੰਦੇ, ਜਿਹਨੂੰ ਗੁਰਬਾਣੀ ਨੇ ਆਖਿਆ ਇਹ ਨਾਮ ਆ। ਪਾਰਜਾਤ ਇਹੋ ਹਰ ਕੋ ਨਾਮ। ਐਸੇ ਵਾਹਿਗੁਰੂ ਜੀ ਦੇ ਤਾਈ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮੋ ਸੋਖ ਸੋਖੇ, ਨਮਸਕਾਰ ਹੈ ਸੋਖ ਸਕਾਉਣ ਵਾਲੀ ਜਿਹੜੀ ਪਵਨ ਆ, ਉਹਨੂੰ ਵੀ ਸੋਖੇ ਜਿਹੜਾ ਸਕਾ ਦਿੰਦਾ, ਖਤਮ ਕਰ ਦਿੰਦਾ ਹੈ। ਇਹ 5 ਤੱਤ ਵੀ ਜਿਹਦੇ ਅੱਗੇ ਖਤਮ ਹੋ ਜਾਂਦੇ ਹੈ। ਐਸੇ ਵਾਹਿਗੁਰੂ ਤਾਈ ਨਮਸਕਾਰ ਹੈ। ਜਾਂ ਫਿਰ ਹੋਰ ਵੀ ਬੜੇ ਅਰਥ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਸਤਿਪੁਰਸ਼ਾਂ ਨੇ ਕੀਤੇ ਨੇ, ਪਰ ਸਮੇਂ ਦੀ ਸੰਪੂਰਨਤਾ ਕਰਕੇ ਹੁਣ ਕਥਾ ਦੀ ਸਮਾਪਤੀ ਇੱਥੇ ਹੀ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਸੰਗਤਾਂ ਕਿਰਪਾ ਕਰਨ, ਮਹਾਂਪੁਰਸ਼ ਕਿਰਪਾ ਕਰਨ।
ਹੌਲੀ ਹੌਲੀ ਇਹ ਵਿਚਾਰ ਕਰਦੇ ਚੱਲਾਂਗੇ। ਅੱਗੇ ਜਿਵੇਂ ਸੱਚੇ ਪਾਤਸ਼ਾਹ ਦੀ ਮਰਜ਼ੀ ਹੋਵੇਗੀ। ਆਓ ਹੁਣ ਭੁੱਲ ਚੁੱਕ ਦੀ ਮਾफ़ੀ ਮੰਗੀਏ, ਖਿਮਾ ਮੰਗੀਏ। ਜਿਹੜੇ ਅਰਥ ਰਹਿ ਗਏ ਨੇ ਅਗਲੀ ਕਥਾ 'ਚ ਕਰਨ ਦੇ ਲਾਉਣ ਦੇ ਯਤਨ ਕੀਤੇ ਜਾਣਗੇ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੂਖ ਸੋਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।